ਸ਼ਮਾਦਾਨ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਵਰਨ ਸਿੰਘ ਦਾਨੇਵਾਲੀਆ ਅਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਵੀਰਵਾਰ ਅਤੇ ਤਰੀਕ ਹੈ 8 ਅਪ੍ਰੈਲ, ਸ਼ਾਮ ਦੇ 6:30 ਹੋਏ ਨੇ। ਤੁਸੀਂ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ, ਏਅਰਪੋਰਟ ਰੋਡ, ਐਰੋ ਸਿਟੀ, ਮੋਹਾਲੀ ਵੱਲੋਂ, ਜਿਨ੍ਹਾਂ ਦਾ ਫ਼ੋਨ ਨੰਬਰ ਹੈ ਜੀ 8936000000, ਯਾਨੀ ਕਿ 99360 5 ਵਾਰੀ 0, 98555 55960। ਜੇਕਰ ਤੁਸੀਂ ਚੰਡੀਗੜ੍ਹ, ਮੋਹਾਲੀ, ਜ਼ੀਰਕਪੁਰ, ਖਰੜ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਅਤੇ ਤੁਹਾਡੇ ਮਨ ਦੇ ਵਿੱਚ ਹੈ ਕਿ ਤੁਸੀਂ ਕੋਈ ਗਰੰਟਿਡ ਰਿਟਰਨ ਵਾਲੀ ਵੀ ਇਨਕਮ ਲੈਣੀ, ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਓ। ਬਹੁਤ ਹੀ ਟਰਸਟਡ ਨੇਮ ਹੈ, ਰੇਰਾ ਅਪਰੂਵਡ ਨੇ। ਓਨਰ, ਆਪਰੇਟਰ ਅਤੇ ਡਰਾਈਵਰ ਵੀਰ ਜਿਹੜੇ ਲੌਂਗ ਹਾਲ ਨਹੀਂ ਚੱਲਣਾ ਚਾਹੁੰਦੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਨੇ ਅਤੇ ਕਮਾਈ ਵੀ ਅੱਛੀ ਕਰਨਾ ਚਾਹੁੰਦੇ ਆ, ਤਾਂ ਵਾਸ਼ਿੰਗਟਨ ਫਰੇਟ ਸਰਵਿਸ ਜੋ ਸੈਟਲ ਏਰੀਏ ਦੇ ਲਈ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ 'ਚ ਕਰਕੇ ਦਿੰਦੇ ਨੇ ਜੀ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਜੋ ਕਾਲ ਟਰੱਕ ਟ੍ਰੇਲਰ ਵਿਨੀਪੈਗ ਤੋਂ ਆਪਣਾ ਕੰਮ ਕਰਵਾ ਸਕਦੇ ਨੇ। ਰਾਹ ਜਾਂਦਿਆਂ ਕਿਤੇ ਤੁਹਾਡੀ ਵਿੰਡ ਸਕਰੀਨ ਟੁੱਟ ਗਈ ਹੈ, ਬ੍ਰੇਕਾਂ ਦਾ ਕੰਮ ਹੈ, ਟਰਾਂਸਮਿਸ਼ਨ ਦਾ ਹੈ, ਗੇਅਰ ਦਾ ਹੈ, DOT ਸੇਫਟੀ ਹੈ, ਕੁਇਕ। ਹੁਣ ਇਹ ਨਵੀਂ ਲੋਕੇਸ਼ਨ 'ਤੇ ਪਹੁੰਚ ਗਿਆ ਜੀ, 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ। ਇੱਥੇ ਹੁਣ ਤੁਹਾਨੂੰ ਜਿੱਥੇ ਵਾਸ਼, ਸੈਮੀ ਦੇ ਲਈ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਕਰਵਾਈ ਜਾ ਰਹੀ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਜਤਿੰਦਰ ਸਿੰਘ ਤੂਰ ਬੇਕਰਸਵੀਲ ਏਰੀਆ ਦੇ ਵਿੱਚ ਸੋਲਰ ਸਿਸਟਮ ਦਾ ਇੱਕ ਟਰਸਟਡ ਨਾਮ ਹੈ ਜੀ। ਤੁਸੀਂ ਇਹਨਾਂ ਨਾਲ ਇੱਕ ਵਾਰੀ ਸੰਪਰਕ ਕਰੋ, 6617541722 'ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਕੁਛ ਹੋਰ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰ ਲਈਏ ਤੇ ਫਿਰ ਹਾਜ਼ਰ ਹੁੰਨੇ ਆ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰੀਜਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660, 519622-0660 QTL, because we care. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360652-6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 6017972354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी, अल्बर्टा, कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी, अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विदिन 5 डेज, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 4034049501, 4034049501। ड्रीमलाइनर एक्सप्रेस कंपनी, कैलगरी, अल्बर्टा, कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇਨਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇਨਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਸਵਾਗਤ ਹੈ ਜੀ, ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਜ਼ਮਾਨਤ ਬਾਰੇ ਦੱਸੋ, ਕੀ ਅਪਡੇਟਸ ਨੇ? ਹੁਣ ਕਹਿੰਦੇ 12 ਅਪ੍ਰੈਲ ਨੂੰ ਅੱਗੇ ਸੁਣਵਾਈ ਹੋਣੀ ਹੈ ਜੀ। ਦੇਖੋ ਜੀ, ਦੀਪ ਸਿੱਧੂ ਦੀ ਅੱਜ ਜਿਹੜੀ ਜ਼ਮਾਨਤ ਹੋਣ ਦੀ ਆਸ ਸੀ ਵੀ ਜ਼ਮਾਨਤ ਹੋਏਗੀ, ਲੇਕਿਨ ਅੱਜ ਫਿਰ ਬਹਿਸ ਕਾਫੀ ਜਿਹੜੀ ਉਹ ਜੰਗੀ ਪੱਧਰ ਤੇ ਹੋਈ ਹੈ ਜੀ। ਉਹਦੇ ਵਿੱਚ ਸਰਕਾਰੀ ਪੱਖ ਦੇ ਵੀਰ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਕਿ ਮੇਨ ਕਲਪਟ, ਮੇਨ ਇਹਦਾ ਜਿਹੜਾ ਨਾਇਕ ਆ ਉਹ ਜੀ, ਜਿਨ੍ਹਾਂ ਨੇ ਜਾ ਕੇ ਹਮਲਾ ਕੀਤਾ ਵਾ ਆਪਣੇ ਤੇ ਲਾਂਕਲ ਕੀਤਾ, ਉਹ ਜਿਹੜੀ ਟਰੈਕਟਰ ਲੈ ਕੇ ਗਏ ਜੀ। ਲੇਕਿਨ ਜਿਹੜਾ ਬਚਾਅ ਪੱਖ ਦਾ ਵਕੀਲ ਸੀ ਉਹਨੇ ਇੰਨੀ ਗੱਲ ਕਹੀ ਕਿ ਸਾਨੂੰ ਇਹ ਚੀਜ਼ ਵਿਖਾਓ ਕਿ ਸਿੱਧੂ ਦੀ ਕਿੱਥੇ ਤਸਵੀਰ ਹੈਗੀ ਹੈ ਵੀ ਜਦੋਂ ਨੌਜਵਾਨਾਂ ਦੇ ਟਰੈਕਟਰ ਨੇ ਬੈਰੀਕੇਡ ਤੋੜੇ, ਸਿੱਧੂ ਕਿੱਥੇ ਆ ਜੀ। ਜਦੋਂ ਨੌਜਵਾਨ ਲਾਲਕੇ ਦੇ ਪੁੱਜੇ, ਸਿੱਧੂ ਕਿੱਥੇ ਆ? ਸਿੱਧੂ ਤੇ ਕਾਫੀ ਦੇਰ ਬਾਅਦ ਉੱਥੇ ਆਇਆ ਤੇ ਸਭ ਤੋਂ ਪਹਿਲਾਂ ਚਲਾ ਗਿਆ ਉੱਥੇ। ਉਹਦੇ ਵਿੱਚ ਉਹਨਾਂ ਨੇ ਕਿਹਾ ਨਹੀਂ ਵੀ ਵੇਖੋ, ਪੁਲਿਸ ਦੀ ਇਨਵੈਸਟੀਗੇਸ਼ਨ ਏਜੰਸੀ ਹੈ, ਜੋ ਉਹਨੇ ਇਨਵੈਸਟੀਗੇਟ ਕੀਤਾ ਉਹ ਲਗਭਗ ਠੀਕ ਕੀਤਾ ਹੋਊਗਾ ਜੀ। ਉਹਦੇ ਵਿੱਚ 25 ਤਰੀਕ ਦਾ ਜਿਹੜੀ ਰਾਤ ਉੱਥੇ ਗੜਬੜ ਕੀਤੀ ਗਈ, ਉੱਥੇ ਗਾਲਾਂ ਕੱਢੀਆਂ ਸਟੇਜ ਤੇ ਖਲੋ ਕੇ, ਉਹਦੀ ਗੱਲ ਚੱਲੀ। ਸਰਕਾਰੀ ਪੱਖ ਨੇ ਕਿਹਾ 25 ਤਰੀਕ ਨੂੰ ਗੜਬੜ ਕੀਤੀ ਇਹਨਾਂ ਨੇ। ਜਿਹੜਾ ਬਚਾਅ ਪੱਖ ਦਾ ਕਿਹਾ ਵੀ ਉੱਥੇ ਸਿੱਧੂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਜੀ। ਹੁਣ ਜੱਜ ਨੇ ਕਿਹਾ ਕਿ ਜਿਹੜੀ 25 ਤਰੀਕ ਦੀ ਰਾਤ ਉੱਥੇ ਇਹਨਾਂ ਨੇ ਸਭਾ ਕੀਤੀ ਸੀਗੀ ਕਿਸਾਨ ਮੋਰਚੇ ਦੇ ਉੱਤੇ, ਉਹਦੀ ਫੁਟੇਜ ਲਿਆਂਦੀ ਜਾਵੇ, ਉਹ ਵਿਖਾਈ ਜਾਵੇ ਵੀ ਸਿੱਧੂ ਨੇ ਉਹਦੇ ਵਿੱਚ ਕੀ ਕਿਹਾ ਵਾ ਜੀ। ਉਹ ਚੀਜ਼ ਨੂੰ ਲੈ ਕੇ ਜੇ ਤੋਂ ਉਸ ਫੁਟੇਜ ਦੇ ਵਿੱਚ ਕੋਈ ਗੈਰ ਇਖਲਾਕੀ ਗੱਲ ਆਈ ਤੇ ਫਿਰ ਤੇ ਸ਼ਾਇਦ ਸਿੱਧੂ ਨੂੰ ਜ਼ਮਾਨਤ ਨਾ ਮਿਲੇ। ਜੇ ਉਹਦੇ ਵਿੱਚ ਕੋਈ ਨਾ ਪੇਸ਼ ਹੋਇਆ ਤੇ ਉਮੀਦ ਆ ਕਿ 12 ਤਰੀਕ ਨੂੰ ਸਿੱਧੂ ਨੂੰ ਜ਼ਮਾਨਤ ਮਿਲਦੀ ਆਸ ਜੀ। ਉਹਦੇ ਵਕੀਲ ਨੇ, ਉਹਦੇ ਸਾਥੀ ਨੇ ਮੈਨੂੰ ਕਿਹਾ ਵੀ ਬਹਿਸ ਬੜੀ ਠੋਕਦਾਰ ਕਿਉਂ ਹੋਈ ਹੈ, ਲੰਮੀ ਬਹਿਸ ਚੱਲੀ ਹੈ, ਜੱਜਾਂ ਨੇ ਬੜੀ ਧਿਆਨ ਨਾਲ ਗੱਲ ਸੁਣੀ ਆ, ਸਰਕਾਰੀ ਪੱਖ ਆਪਣਾ ਜੋਰ ਲਾਉਂਦੇ ਨੇ, ਅਸੀਂ ਆਪਣਾ ਜੋਰ ਲਾਉਂਦੇ ਨੇ। ਲੇਕਿਨ ਹੁਣ 25 ਤਰੀਕ ਦੀ ਫੁਟੇਜ ਦਾ ਉਹ ਫੈਸਲਾ ਕਰੇਗੀ ਕਿ ਸਿੱਧੂ ਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਦੇਣੀ ਜੀ। ਵੈਸੇ ਵੀ ਸਿੱਧੂ ਨੇ ਉਹਨੇ ਕਿਹਾ ਦੱਸੋ ਜੀ, ਉਹਨੇ ਨਾਰਾ ਕਿਹੜਾ ਮਾਰਿਆ ਉੱਥੇ ਜਿਹੜਾ ਦੇਸ਼ ਦੇ ਖਿਲਾਫ ਹੋਵੇ। ਬੋਲੇ ਸੁਣੇ ਹਾਲ ਜਿਹੜਾ ਸਾਡਾ ਇੱਕ ਆਪਣਾ ਜਕਾਰਾ, ਧਾਰਮਿਕ ਜਕਾਰਾ, ਜਿਹੜਾ ਜਕਾਰਾ ਬਣਾਉਂਦੇ ਅਸੀਂ, ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਚੜ੍ਹਦੀ ਕਲੀ ਦਾ ਕੋਈ ਹੋਣਾ ਕੋਈ ਏਡੀ ਕੋਈ ਮਾੜੀ ਗੱਲ ਨਹੀਂ ਜਿਹੜੀ ਮਾੜੀ ਗੱਲ ਕੀਤੀ ਹੋਵੇ ਜੀ। ਇਸ ਕਰਕੇ ਸਿੱਧੂ ਦੀ ਜਿਹੜੀ ਅਗਲੀ ਤਰੀਕ ਹੈ ਸੁਣਵਾਈ ਦੀ, ਉਹ 12 ਤਰੀਕ ਪੈ ਗਈ। 12 ਅਪ੍ਰੈਲ ਸੋਮਵਾਰ ਹੁਣ ਸੁਣਵਾਈ ਹੋਏਗੀ। ਉਹਦੇ ਵਿੱਚ ਉਹਨੂੰ ਵੇਖੋ ਬੇਲ ਮਿਲਦੀ ਹੈ ਜਾਂ ਫਿਰ ਅਗਲੀ ਤਰੀਕ ਪੈਂਦੀ ਹੈ ਜੀ। ਵੈਸੇ ਜੇਕਰ ਆਪਾਂ ਗੱਲ ਕਰੀਏ ਤਾਂ ਲਗਾਤਾਰ ਕਾਫੀ ਲੰਮਾ ਪੈ ਗਿਆ ਸਿੱਧੂ ਵਾਲਾ ਮਾਮਲਾ, ਕਿਉਂਕਿ ਧਾਰਾਵਾਂ ਤਾਂ ਲਗਭਗ ਉਹੀ ਸੀ ਜਿਹੜੀਆਂ ਦੂਜਿਆਂ ਤੇ ਲੱਗੀਆਂ ਸੀ, ਪਰ ਉਹਨੂੰ ਮੇਨ ਕਲਪਟ ਕਹਿੰਦੇ ਨਾ ਜੀ। ਅੱਛਾ ਜੀ। ਜੇ ਇਹ ਬੰਦਾ ਨਾ ਹੁੰਦਾ ਤੇ ਇਹ ਘਟਨਾ ਨਾ ਵਾਪਰਦੀ। ਤੇ ਜਿਹੜਾ ਮੇਨ ਹੁੰਦਾ ਫਿਰ ਤੁਹਾਨੂੰ ਪਤਾ ਜਿਹੜਾ ਕਤਲ ਕਰਨ ਨੂੰ ਲਲਕਾਰੇ ਵੇਲੇ ਬਹੁਤ ਸਜ਼ਾ ਹੁੰਦੀ ਹੈ। ਇਸ ਕਰਕੇ ਉਹ ਸੋਚਦੇ ਵੀ ਇਹਨੇ ਲਲਕਾਰਾ ਮਾਰਿਆ, ਇਹਨੇ ਲੋਕਾਂ ਨੂੰ ਉਕਸਾਇਆ ਤੇ ਇਸ ਕਰਕੇ ਕਿਹਾ। ਲੇਕਿਨ ਉਹ ਸ਼ੋਅ ਕਰਦੇ ਦਿਖਾਓ ਦੀ ਪੂਰੀ ਫਿਟਨੈਸ ਸਿੱਧੂ ਹੈ ਕਿੱਥੇ, ਵਿਖਾਓ ਤੁਸੀਂ ਜੀ। ਕਦੋਂ ਅੱਗੇ ਗਿਆ ਜਦੋਂ ਉਹ ਰੈਂਪੇਟ ਉਹਦਾ ਹੈਗਾ ਵਾ ਲਾਲ ਕਿਲੇ ਦਾ,
ਉੱਥੇ ਸਿੱਧੂ ਜ਼ਰੂਰ ਜਿਹੜਾ ਸੀ ਕੁਛ ਆਪਣੀ ਜਿਹੜੀ ਉਹਨਾਂ ਦਾ ਬਹਿਸ ਤਤਕਾਰ ਹੋਇਆ ਉਹਨਾਂ ਪੁਲਿਸ ਵਾਲਿਆਂ ਨੇ, ਬਾਕੀ ਕਿਤੇ ਵਿਖਾਓ ਸਿੱਧੂ ਹੈਗਾ। ਲੇਕਿਨ ਜਦੋਂ ਉਹ ਜਿਹੜਾ ਸੀ ਨਿਸ਼ਾਨ ਸਾਹਿਬ ਚਲਾਇਆ ਗਿਆ ਉਹ ਤਾਂ ਸਿੱਧੂ ਨੇ ਫੜਾਇਆ, ਉਹ ਸਮਝ ਚਿਹਰੇ ਦਿਸ ਗਿਆ ਉਹ ਤਾਂ ਦਿਸਣ ਦੇ ਆਪਦੀ ਤਕਰੀਰ ਵੀ ਕੀਤੀ ਹੈ ਉਹਨੇ। ਬਿਲਕੁਲ, ਜਦੋਂ ਸਿੱਧੂ ਅੰਦਰ ਗਿਆ ਉਹ ਕੱਲਾ ਗਿਆ ਅੰਦਰ, ਜਦੋਂ ਗੇਟ ਖੋਲਿਆ ਪਹਿਲਾਂ ਉਹਨੂੰ ਲਗਾਇਆ ਗਿਆ ਅੰਦਰ, ਲਗਾਇਆ ਗਿਆ ਕਿਉਂ ਲਗਾਇਆ ਗਿਆ, ਮਤਲਬ ਗੱਲਾਂ ਤੇ ਕਾਊਂਟ ਕਰਦੀਆਂ, ਲੇਕਿਨ ਬਚਾਅ ਪੱਖ ਨੇ ਆਪਣੀ ਗੱਲ ਕਰਨੀ, ਸਰਕਾਰੀ ਪੱਖ ਨੇ ਆਪਣੀ ਗੱਲ ਕਰਨੀ ਹੈ ਜੀ। FIR ਬੜੀ ਲੰਮੀ ਚੌੜੀ ਆ। 10ਵੇਂ ਤੇ ਜਾ ਕੇ ਇਹ ਆਇਆ ਕਿ ਸਿੱਧੂ ਜਿਹੜਾ ਵਾ ਉਹਨੇ ਜਾ ਕੇ ਰੈਂਪਟ ਦੇ ਉੱਤੇ ਇੱਥੇ ਜਾ ਕੇ 10ਵੇਂ ਪੈਰੇ ਦੇ ਵਿੱਚ ਵੀ ਇਹਨੇ ਜਾ ਕੇ ਉੱਥੇ ਜਿਹੜੀ ਆ ਉਹ ਗੜਬੜ ਕੀਤੀ ਆ ਸਿਕਿਉਰਿਟੀ ਫੋਰਸਸ ਨਾਲ ਜੀ, ਤੇ ਸਿਕਿਉਰਿਟੀ ਫੋਰਸ ਨੇ ਗੜਬੜ ਕੀਤੀ ਫਿਰ 307 ਲੱਗਣੀ ਚਾਹੀਦੀ ਹੈ। ਜੇ ਉਹ ਨਹੀਂ ਲੱਗੀ ਤੇ ਫਿਰ ਇਹਦਾ ਮਤਲਬ ਬਾਕੀ ਕਰਾਵਾਂਗੇ ਤੇ ਬਾਕੀ ਜ਼ਬਾਨ ਤੇ ਮਿਲ ਸਕਦੀ ਹੈ, ਤੇ ਸਿੱਧੂ ਪਰ ਤਾਂ ਕੋਈ ਹਥਿਆਰ ਵੀ ਨਹੀਂ ਸੀਗਾ। ਉੱਥੇ ਕਿਸੇ ਨੇ ਕੋਈ ਬਰਛਾ ਹੋਏਗਾ, ਕਿਸੇ ਕੋਲ ਕਿਰਪਾਨ ਹੋਏਗਾ, ਕਿਸੇ ਕੋਲ ਕੋਈ ਹੋਰ ਚੀਜ਼ ਹੋਏਗੀ, ਸਿੱਧੂ ਕੋਲ ਤਾਂ ਕੋਈ ਹਥਿਆਰ ਨਹੀਂ ਸੀਗਾ। ਇਹ ਵੀ ਬਚਾਅ ਪੱਖ ਦੇ ਵਕੀਲਾਂ ਨੇ ਰੱਖਿਆ ਵੀ ਸਿੱਧੂ ਕੋਲੇ ਕਿਸੇ ਕਿਸਮ ਦਾ ਕੋਈ ਹਥਿਆਰ ਨਹੀਂ ਸੀਗਾ ਜੀ। ਤੇ ਪੱਟੀ ਸਾਹਿਬ ਚਲੋ ਸਿੱਧੂ ਵਾਲੇ ਮਾਮਲੇ 'ਚ ਤਾਂ ਆਪਾਂ ਗੱਲ ਅਪਡੇਟ ਸਾਰੀ ਹੋ ਗਈ ਹੈ, ਤੇ ਹੁਣ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਿੱਲੀ ਵੱਲ ਹੀ ਚੱਲਦੇ ਆ, ਤਾਂ ਕਿੰਨੇ ਉਮੀਦਵਾਰ ਰਹਿ ਗਏ ਨੇ, ਕਦੋਂ ਤੱਕ ਵਾਪਸੀ ਹੈ, ਅੱਗੇ ਕੀ ਕੁਛ ਹੋਏਗਾ? ਜਿਹੜੀ ਦਿੱਲੀ ਕਮੇਟੀ ਦੀ ਗੱਲ ਆ ਜੀ, ਦਿੱਲੀ ਕਮੇਟੀ ਦੇ ਵਿੱਚ 504 ਉਮੀਦਵਾਰਾਂ ਨੇ ਆਪਣੇ ਜਿਹੜੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਤੇ ਇਹਦੇ ਵਿੱਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸ਼੍ਰੋਮਣੀ ਅਕਾਲੀ ਬਾਦਲ ਤੇ ਜਾਗੋ ਪਾਰਟੀ ਤੇ ਇੱਕ ਗੱਜਾ ਖਾਲਸਾ ਗੁਰੂ ਸਾਹਿਬ ਪਾਰਟੀ ਜਿਹੜੀ ਜਾਗੋ ਪਾਰਟੀ ਹੈ ਜੀ, ਤੇ ਸਮੇਤ 7 ਪਾਰਟੀਆਂ ਚੋਣ ਮੈਦਾਨ ਦੇ ਵਿੱਚ ਆ। ਇਹਨਾਂ ਵਿੱਚ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਆ ਜੀ। 7 ਅਪ੍ਰੈਲ ਤੱਕ ਨਾਮਜ਼ਦਗੀ ਪੱਤਰ ਦਾਖਲ ਹੋ ਰਹੇ ਸੀ ਤੇ 8 ਨੂੰ ਸਕਰੂਟਨੀ ਸੀ ਜੀ। 10 ਤੱਕ ਵਾਪਸੀ ਹੈ, 10 ਤੋਂ ਵਾਪਸੀ ਤੋਂ ਬਾਅਦ ਲੱਗੇਗਾ ਪਤਾ ਵੀ 40 ਹਲਕਿਆਂ ਵਾਸਤੇ 46 ਮੈਂਬਰਾਂ ਵਾਸਤੇ ਜਿਹੜੇ ਕਿੰਨੇ ਉਮੀਦਵਾਰ ਬਾਕੀ ਰਹਿ ਜਾਂਦੇ ਆ। ਲੇਕਿਨ 7 ਤਰੀਕ ਸ਼ਾਮ ਤੱਕ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸੀ ਉਹ 504 ਸੀਗੇ ਜੀ। ਲੋਕਾਂ ਤੋਂ ਸ਼ਾਹ ਵੇਖ ਲਓ, 504 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ 46 ਵਾਸਤੇ। ਤੇ ਹੁਣ ਜਿਹੜਾ ਅੱਜ ਸਕਰੂਟਨੀ ਰਹੇਗੀ, ਜਿਹਦੇ ਕੋਈ ਕਾਗਜ਼ੀ ਗਲਤ ਹੋਣਗੇ ਉਹ ਰੱਦ ਕਰ ਦਿੱਤੇ ਜਾਣਗੇ, ਤੇ 9 ਤੇ 10 ਦੀ ਜਿਹੜੀ ਆ ਉਹ ਵਾਪਸੀ ਹੈ, ਤੇ ਵਾਪਸੀ ਤੋਂ ਬਾਅਦ ਫਿਰ ਜੰਗੀ ਪੱਧਰ ਤੇ ਮੈਦਾਨ ਭਖ ਜਾਏਗਾ ਜੀ। ਵੈਸੇ ਵੀ ਕਿ ਦਿੱਲੀ ਕਮੇਟੀ ਦੀ ਜਿਹੜੀ ਚੋਣ ਆ ਉਹ ਪਿਛਲੇ ਹਫ਼ਤਾ ਕਰੀ ਹੁੰਦੀ ਆ, ਉਹ 2 ਹੀ ਹੁੰਦੇ, ਜੇ ਸ਼ਾਮ ਨੂੰ ਜਾਂ ਸਵੇਰੇ ਤੁਸੀਂ ਪ੍ਰਚਾਰ ਕਰਦੇ, ਦੁਪਹਿਰੇ ਆਪੋ ਆਪਣੇ ਲੋਕਾਂ ਦੇ ਕੰਮਾਂ ਤੇ ਹੁੰਦੇ ਆ, ਉਦੋਂ ਬਾਅਦ ਜਾਣ ਦੀ ਬਹੁਤੀ ਤੁੱਕ ਨਹੀਂ ਬਣਦੀ। ਸਵੇਰੇ ਸ਼ਾਮ 2 ਵਜੇ ਤੁਸੀਂ ਜਾ ਕੇ ਆਪਣੇ ਲੋਕਾਂ ਦਾ ਰਾਬਤਾ ਕਾਇਮ ਕਰ ਸਕਦੇ ਹੋ। ਤੂੰ ਹਫ਼ਤੇ ਦੇ ਵਿੱਚ ਜਿਹੜੀ ਮੁੱਕ ਜਾਂਦੀ ਆ। 15 ਤਰੀਕ ਤੋਂ ਬਾਅਦ ਮਾਮਲਾ ਪੂਰਾ ਭਖ ਜਾਏਗਾ। ਜਿਹੜਾ 23 ਤਰੀਕ ਰਹੇਗਾ, 8 ਦਿਨ ਰਹੇਗਾ, ਤੇ ਮੁੜ ਕੇ 25 ਨੂੰ ਚੋਣ ਹੈ, 28 ਨੂੰ ਰਿਜ਼ਲਟ ਆ। 28 ਤੋਂ ਲੈ ਕੇ 28 ਮਈ ਤੱਕ ਫਿਰ ਜਿਹੜੀ ਨਵੀਂ ਕਮੇਟੀ ਬਣੇਗੀ ਉਹਨੇ ਆਪਣਾ ਚਾਰਜ ਲੈਣਾ ਹੁੰਦਾ। ਅੱਛਾ, ਇੱਕ ਚੀਜ਼ ਦੱਸੋ, ਬਾਕੀ ਆਪਾਂ ਕਈ ਵਾਰੀ ਗੱਲਾਂ ਕਰਦੇ ਹਾਂ ਕਿ ਇੱਕ ਬੜੀ ਜਿਹੜੀ ਕਈ ਸਾਡੇ ਸਿੱਖਾਂ ਦੇ 84 ਦੇ ਵਿੱਚ ਜਿਹੜੇ ਮਾਰ ਥੱਲੇ ਆ ਗਏ ਸੀਗੇ, ਗਰੀਬ ਸਿੱਖ, ਮਜ਼ਦੂਰ ਸਿੱਖ, ਉਹਨਾਂ ਦੇ ਹਾਲਾਤ ਅਜੇ ਵੀ ਕੋਈ ਬਹੁਤੇ ਚੰਗੇ ਨਹੀਂ। ਵਿਧਵਾਵਾਂ ਦੇ ਬੱਚੇ ਜਿਹੜੇ ਉਹ ਨਸ਼ੇ ਪੱਤੇ 'ਚ ਹੋ ਗਏ, ਬੇਸ਼ੱਕ ਗੱਲ ਕਰੀਏ ਜਵਾਨ ਵੀ ਹੋ ਗਏ, ਸਾਰਾ ਕੁਛ ਹੋ ਗਿਆ, ਵਿਆਹੇ ਵਰੇ ਵੀ ਗਏ। ਕਿਤੇ ਉਹਨਾਂ ਦਾ ਮੁੱਦਾ ਡਿਸਕਸ ਹੋਇਆ ਜੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ, ਇਹਨਾਂ ਦੇ ਬਾਰੇ ਕਿਸੇ ਨੇ ਸਾਰ ਲਈ ਹੋਵੇ? ਜਿੱਥੋਂ ਤੱਕ ਉਹਨਾਂ ਵਿਧਵਾਵਾਂ ਦੀ ਗੱਲ ਕੀਤੀ ਜਾਂਦੀ ਹੈ ਜੀ, ਮੇਰੇ ਖਿਆਲ ਪੂਰੇ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਇੱਕ ਕਲੋਨੀ ਵਿਧਵਾ ਕਲੋਨੀ ਦਿੱਲੀ 'ਚ ਹੈਗੀ ਜੀ। ਵਿਧਵਾ ਕਲੋਨੀ ਕਿਤੇ ਨਹੀਂ ਕੋਈ ਹੈਗੀ, ਸਿਰਫ ਦਿੱਲੀ 'ਚ ਹੈਗੀ ਹੈ। ਲੇਕਿਨ ਅੱਜ ਤੱਕ ਜਿਸ ਤਰੀਕੇ ਨਾਲ ਉਹਨਾਂ ਦੀ ਸਾਰ ਲੈਣ ਦੀ ਲੋੜ ਸੀ, ਉਹ ਸਾਰ ਨਾ ਕਿਸੇ ਕਮੇਟੀ ਨੇ ਲਈ ਆ, ਨਾ ਕਿਸੇ ਸਰਕਾਰ ਨੇ ਲਈ ਆ। ਡਾਕਟਰ ਮਨਮੋਹਨ ਸਿੰਘ ਨੇ ਖੁੱਲੇ ਦਿੱਤੇ ਜ਼ਰੂਰ ਦਿੱਤੇ ਸੀ ਉਹਨਾਂ ਨੂੰ, ਭਾਈ ਇਹਨਾਂ ਨੂੰ ਮਕਾਨ ਵੀ ਬਣਾ ਕੇ ਦਿਓ, ਇਹਨਾਂ ਨੂੰ ਦੁਕਾਨ ਵੀ ਬਣਾ ਕੇ ਦਿਓ, ਇਹ ਆਪਣੇ ਵਪਾਰ ਵੀ ਕਰਨ, ਇਹਨਾਂ ਦੇ ਬੱਚਿਆਂ ਨੂੰ ਜਿਹੜੀ ਪ੍ਰਾਈਵੇਟ ਦੀ ਨੌਕਰੀਆਂ ਵੀ ਦਿਓ ਜੀ। ਲੇਕਿਨ ਉਹਨਾਂ ਦੀ ਸਰਕਾਰ ਦੀ ਡਾਵਾਡੋਲ ਸਰਕਾਰ ਸੀ, ਉਸ ਲੈਵਲ ਤੇ ਕੰਮ ਨਹੀਂ ਕਰ ਸਕੀ ਜਿਹੜਾ ਉਹਨੇ ਕਰਨਾ ਸੀਗਾ। ਲੇਕਿਨ ਉਸ ਤੋਂ ਬਾਅਦ ਜੇ ਆਪਾਂ ਕਮੇਟੀਆਂ ਦੀ ਗੱਲ ਕਰਦੇ, ਕਮੇਟੀਆਂ ਨੇ ਸਿਰਫ ਉਹਨਾਂ ਦੇ ਨਾਂ ਤੇ ਸਿਆਸਤ ਜ਼ਰੂਰ ਕੀਤੀ ਹੈ ਜੀ, ਜਾ ਕੇ ਫੋਟੋਆਂ ਜ਼ਰੂਰ ਲਵਾਈਆਂ ਵਾ ਕਿ ਨਹੀਂ ਭੈਣ ਜੀ, ਨਹੀਂ ਬੀਬੀ ਜੀ, ਤੁਸੀਂ ਸਾਡੀਆਂ ਭੈਣਾਂ ਜੇ, ਸਾਡੀਆਂ ਮਾਵਾਂ ਜੇ, ਅਸੀਂ ਤੁਹਾਡੀ ਪੂਰੀ ਹਿਫਾਜ਼ਤ ਕਰਾਂਗੇ, ਅਸੀਂ ਸਹੁੰ ਚੁੱਕਦੇ ਤੁਹਾਡੀ ਪੂਰੀ ਮਦਦ ਕਰਾਂਗੇ, ਲੇਕਿਨ ਕੀਤੀ ਕੋਈ ਨਹੀਂ ਜੀ। ਇਸੇ ਕਰਕੇ ਉਹਨਾਂ ਦਾ ਮੁੱਦਾ ਜਿਹੜਾ ਵਾ ਅਜੇ ਗਰਮਾਇਆ ਨਹੀਂ, ਗਰਮਾ ਜਾਏਗਾ ਜੀ। ਗਰਮਾਏਗਾ ਤਾਂ ਜੇ ਕਿਸੇ ਨੇ ਕੰਮ ਕੀਤਾ ਤੇ ਕੀਤਾ, ਤੇ ਕਿਸੇ ਕੱਖ ਨੇ ਉਹਦੇ ਵਾਸਤੇ ਗਰਮਾਇਆ ਬਿਲਕੁਲ ਜੀ। ਇਸ ਕਰਕੇ ਜੇ ਕੋਈ ਗੱਲਬਾਤ ਹੁੰਦੀ ਤੇ 15 ਤੋਂ ਬਾਅਦ, 15 ਅਪ੍ਰੈਲ ਤੋਂ ਬਾਅਦ ਹੀ ਕੋਈ ਗੱਲ ਹੋਏਗੀ,
ਹਾਂ ਜਿਹੜੇ ਪੰਥਕ ਸੇਵਾ ਦਲ ਵਾਲੇ ਨੇ ਜਾਂ ਸਿੱਖ ਸਦਭਾਵਨਾ ਦਲ ਵਾਲੇ ਉਹ ਜ਼ਰੂਰ ਜਾਣਗੇ ਉੱਥੇ। ਉਹਨਾਂ ਦੀ ਫਿਰ ਇੱਕ ਵਾਰੀ ਜਿਹੜੀ ਖਿੱਲੀ ਡਾਈ ਜਾਏਗੀ ਵਿਚਾਰਿਆਂ ਦੀ, ਕਿ ਉਹਨਾਂ ਨਾਲ ਆ ਹੋਇਆ ਜੀ, ਧੀਆਂ ਨਾਲ ਰੇਪ ਹੋਇਆ ਜੀ, ਫਲਾਣੇ ਨਾਲ ਹੋਇਆ ਜੀ, ਨੇ ਵਰਗੀ ਉਹ ਜ਼ਰੂਰ ਕੀਤੀ ਜਾਏਗੀ ਗੱਲ ਜੀ। ਲੇਕਿਨ ਅੱਗੇ ਵੀ ਉਹਨਾਂ ਇਲੈਕਸ਼ਨ ਲੜੀ ਸੀ, ਕਿਉਂ ਨਵੇਂ ਬੰਦੇ ਗਏ ਨੇ, ਉਹਨਾਂ ਜਾ ਕੇ ਆਪਣੀ ਗੱਲ ਕਰਨੀ ਹੈ। ਜਿਵੇਂ ਬਲਦੇਵ ਸਿੰਘ ਵਡਾਲਾ ਨੇ ਕਹਿਤਾ ਕਿ ਅਸੀਂ 10 ਰੁਪਏ ਮਹੀਨਾ ਫੀਸ ਲੈ ਕੇ ਬੱਚੇ ਪੜ੍ਹਾਵਾਂਗੇ ਜੀ, ਜਿਹੜੀ ਗੱਲ ਸੰਭਵ ਹੀ ਨਹੀਂ ਹੈਗੀ। ਦਿੱਲੀ ਵਰਗੇ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਵਾ ਇੰਨੀ ਫੀਸ ਲੈ ਕੇ ਬੱਚੇ ਪੜਾਉਣੇ ਨੇ, ਇੰਨੀ ਫੀਸ ਲੈ ਲਓ ਕਹਿੰਦੇ ਜੀ ਫਿਰ ਪੜਾਵਾਂਗੇ, ਜਿੱਥੋਂ ਮਰਜ਼ੀ ਪ੍ਰਬੰਧ ਕਰੀਏ ਅਸੀਂ ਜੀ। ਬੇਸਿਕਲੀ ਦਾਨੇ ਵਾਲੀ ਸਭ ਸਾਡੀਆਂ ਸੰਸਥਾਵਾਂ ਨੂੰ ਜਿਹੜੇ ਐਜੂਕੇਸ਼ਨ ਖਾਸ ਕਰਕੇ ਸਿਹਤ ਸਹੂਲਤਾਂ ਤੇ ਜਿਹੜੀਆਂ ਵਿਦਿਅਕ ਸਹੂਲਤਾਂ, ਇਹ ਜੇ ਕਿਤੇ ਸਾਡੇ ਸੈਂਟਰ ਖੁੱਲ ਜਾਣ ਵੱਧ ਤੋਂ ਵੱਧ। ਦਿੱਲੀ 'ਚ ਇੱਕ ਬੜਾ ਵੱਡਾ ਸਕੂਲ ਹੈ ਜੀ ਇਹਨਾਂ ਦਾ ਪਸਾਈਆਂ, ਉਸ ਸਕੂਲ ਦੇ ਵਿੱਚ ਜੇ ਕੋਈ ਗੈਰ ਅਸਾਇਗੀ ਬੱਚਾ ਚਲੇ ਗਿਆ ਤੇ ਉਹਦੀ ਨੰਬਰ ਜਿਹੜੀ 95% ਉੱਪਰ ਹੋਣੇ ਚਾਹੀਦੇ, ਨਹੀਂ ਤੇ ਐਡਮਿਸ਼ਨ ਨਹੀਂ ਮਿਲਦਾ ਜੀ। ਪ੍ਰਧਾਨ ਮੰਤਰੀ ਤੱਕ ਸਿਫਾਰਸ਼ਾਂ ਚੱਲਦੀਆਂ ਉੱਥੇ, ਲੇਕਿਨ ਉਹ ਸਿਫਾਰਸ਼ ਮੰਨਦੇ ਘੱਟ। ਲੇਕਿਨ ਜੇ ਸਾਈ ਬਰਾਦਰੀ ਚਲੇ ਗਿਆ ਤਾਂ 40% ਨਹੀਂ ਦੇ ਰਹੀ ਉਹਨਾਂ ਨੇ। ਲੇਕਿਨ ਉੱਥੋਂ ਬੱਚੇ ਜਿਹੜੇ ਨਿਕਲਦੇ ਨੇ ਉਹ ਫਿਰ ਜਿਹੜੇ ਬੜੇ ਬੜੇ ਅਫਸਰ ਨਿਕਲਦੇ, ਬੜੇ ਬੜੇ ਵਪਾਰੀ ਨਿਕਲਦੇ ਆ, ਬੜੇ ਬੜੇ ਉਹ ਵਧੀਆ ਪੋਸਟਾਂ ਤੇ ਜਾਂਦੇ ਨੇ। ਸਕੂਲ ਦੀ ਇੱਕ ਆਪਣੀ ਵੱਖਰੀ ਰੈਪੂਟੇਸ਼ਨ ਹੈ ਜੀ। ਅਜੇ ਤੱਕ ਅਸੀਂ ਇੰਨੀਆਂ ਸਾਡੀਆਂ ਸੰਸਥਾਵਾਂ ਵਾ, ਅਸੀਂ ਇਸ ਲੈਵਲ ਦਾ ਜਿਹੜਾ ਸੀ ਉਹ ਕੋਈ ਸਕੂਲ ਨਹੀਂ ਪੈਦਾ ਕਰ ਸਕਦੇ ਜਿਹੜੇ ਕਿ ਅਸੀਂ ਬੱਚਿਆਂ ਨੂੰ ਇਹੋ ਜਿਹੀ ਐਜੂਕੇਸ਼ਨ ਦੇ ਦਈਏ ਜੀ। ਪਿੱਛੇ ਜੇ ਮਨਜੀਤ ਸਿੰਘ ਜੀਕੇ ਨੂੰ ਮੈਂ ਕਿਹਾ ਸੀ, ਮੈਂ ਕਿਹਾ ਦਿੱਲੀ ਦੇ ਵਿੱਚ ਦੇਖੋ ਬਾਜੀ ਰਾਓ ਵਾਲੇ ਆ ਜੋ ਹੋਰ ਰਜਿੰਦਰਾ ਨਗਰ ਜਿਹੜੀ ਉੱਥੇ ਬੜੀਆਂ ਬੜੀਆਂ ਅਕੈਡਮੀਜ਼ ਖੁੱਲੀਆਂ ਨੇ, ਤੁਸੀਂ ਘੱਟੋ ਘੱਟ ਕੋਈ ਚੰਗੇ ਬੰਦੇ ਭਰਤੀ ਕਰਕੇ ਤੇ ਸਿੱਖਾਂ ਦੇ ਬੱਚਿਆਂ ਵਾਸਤੇ ਕੋਈ ਅਕੈਡਮੀ ਖੋਲ ਦਿਓ। ਭਾਵੇਂ ਪੈਸੇ ਲੈ ਲਓ ਥੋੜੇ ਬਾਰੇ, ਤੁਸੀਂ ਬਹੁਤੇ ਲੈ ਲਓ, ਥੋੜੇ ਲੈ ਲਓ ਉਹਨਾਂ ਕੋਲ, ਉਹਨੇ ਰਹਿਣ ਦਾ ਪ੍ਰਬੰਧ ਕਰ ਦਿਓ ਸਾਰੀ ਇੰਡੀਆ ਜਿੱਥੋਂ ਸਿੱਖਣ ਦੇ ਬੱਚੇ ਹੋਣ ਤਾਂ ਕਿ ਉਹ ਕੰਪੀਟੀਸ਼ਨ ਆ ਸਕਣ। ਹੁਣ ਉਹ ਜਿਹੜੀਆਂ ਏਜੰਸੀਆਂ ਜਿਹੜੀਆਂ ਅਕੈਡਮੀਆਂ ਖੁੱਲੀਆਂ ਨੇ, 400 ਬੱਚਾ 800 ਬੱਚਾ ਨੰਬਰ ਦੇ 1-2 ਘੰਟੇ ਜਾਂ 3 ਘੰਟੇ ਸੈਸ਼ਨ ਹੁੰਦਾ, 100-150 ਬੱਚਾ ਕੀ ਪੜੂਗਾ ਉੱਥੇ ਜੀ। ਵੈਸੇ ਅਕੋਰਡਿੰਗ ਟੂ ਲਾ 22 ਬੱਚਿਆਂ ਤੋਂ ਵੱਧ ਇੱਕ ਕਲਾਸ ਨਹੀਂ ਹੋਣੀ ਚਾਹੀਦੀ। 22 ਬੱਚੇ ਹੋਣਗੇ ਤੇ ਟੀਚਰ ਉਹਨਾਂ ਤੇ ਪੂਰਾ ਧਿਆਨ ਦੇ ਸਕਦਾ ਵਾ, 22 ਬੱਚਿਆਂ ਤੋਂ ਬਾਅਦ ਉਹ ਧਿਆਨ ਪੂਰਾ ਡਿਵੋਟ ਨਹੀਂ ਕਰ ਸਕਦਾ ਜੀ। ਲੇਕਿਨ ਸਾਡੀ ਮਨਜੀਤ ਸਿੰਘ ਜੀ ਨੇ ਕਿਹਾ ਵੀਗਾ ਸੀ, ਲੇਕਿਨ ਖੋਲਿਆ ਕਿਸੇ ਨੇ। ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਨੇ ਵੀ ਕੀਤਾ, ਇਹਨਾਂ ਨੂੰ ਕਿਹਾ ਸੀ ਵੀ ਤੁਸੀਂ IAS ਤੇ IPS ਦੀ ਕੋਈ ਟ੍ਰੇਨਿੰਗ ਦੇ ਵਾਸਤੇ ਸੈਂਟਰ ਖੋਲਦੇ ਕੋਈ ਨਾ ਕੋਈ। ਹਾਂ, ਇੱਕ ਵਾਰੀ ਬਾਬਾ ਜਿਹੜੇ ਤਰਨਤਾਰਨ ਵਾਲੇ ਜਗਤਾਰ ਸਿੰਘ ਹੋਈ ਆ, ਉਹਨਾਂ ਦੇ ਇੱਕ ਸੇਵਾਦਾਰ ਹੁੰਦਾ ਸੀ ਬਾਬਾ ਅਮਰੀਕ ਸਿੰਘ ਜੀ, ਤੇ ਮੁੜ ਕੇ ਇਲਜ਼ਾਮ ਲੱਗੇ ਸੀ ਬੜੀ। ਉਹਨੇ ਕੋਸ਼ਿਸ਼ ਕੀਤੀ ਸੀ ਵੀ ਇੱਕ ਅੰਮ੍ਰਿਤਸਰ ਦੀ ਇੱਕ ਕੋਠੀ ਵੱਡੀ ਲੈ ਕੇ ਉਹਦੇ ਸਿੱਖ ਬੱਚਿਆਂ ਨੂੰ ਅਸੀਂ ਨਵੇਂ ਵੱਡੇ ਵਧੀਆ ਟਿਊਟਰ ਭਰਤੀ ਕਰਕੇ ਤੇ ਇਹਨਾਂ ਨੂੰ ਅਕੈਡਮੀ ਖੋਲ ਕੇ ਤੇ IAS ਤੇ IPS ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇ। ਮੁੜ ਕੇ ਉਹ ਆਪਣੇ ਝਮੇਲੇ 'ਚ ਫਸ ਗਏ, ਝਗੜੇ 'ਚ ਫਸ ਗਏ, ਤੋਂ ਨਹੀਂ ਖੁੱਲ ਸਕੇ। ਲੇਕਿਨ ਅਜੇ ਤੱਕ ਸਾਡੀ ਕਿਸੇ ਵੀ ਸੰਸਥਾ ਨੇ ਕੋਸ਼ਿਸ਼ ਨਹੀਂ ਕੀਤੀ ਜੀ। ਚੀਫ ਖਾਲਸਾ ਦਵਾਲ ਨੇ ਕੀਤੀ ਸੀ, ਲੇਕਿਨ ਜਿਹੜੇ ਟਿਊਟਰ ਸੀ ਉਹਨਾਂ ਦੇ PCS ਲੈਵਲ ਦੇ ਸੀ, ਕੋਈ IAS ਲੈਵਲ ਦਾ ਟਿਊਟਰ ਵੀ ਕੋਈ ਨਹੀਂ ਸੀ ਮਿਲੇਗਾ। ਇਸ ਕਰਕੇ ਇਸ ਗੱਲ ਤੋਂ ਅਸੀਂ ਬਹੁਤ ਪਿੱਛੇ ਹਾਂ। ਪਰਮਜੀਤ ਸਿੰਘ ਸਰਨੇ ਦੇ ਉੱਤੇ ਸਾਡੇ ਗੁਰੂ ਤੇਗ ਬਹਾਦਰ ਕਾਲਜ ਦੇ ਵਿੱਚ ਕਈ ਗੁਰੂ ਹਰਗੋਬਿੰਦ ਪ੍ਰਬੰਧਕ ਸਕੂਲ ਸੀ ਤੇ ਟੌਪ ਤੇ ਸੀ ਪੜ੍ਹਾਈ ਜੀ, ਸਿਫਾਰਸ਼ੀ ਐਡਮਿਸ਼ਨ ਮਿਲਦੀ ਸੀਗੀ। ਮਤਲਬ ਪ੍ਰਧਾਨ ਬਕਾਇਦਾ ਤੌਰ ਤੇ ਆਪ ਲੈਟਰ ਦਿੰਦਾ ਸੀ ਕਿ ਐਡਮਿਸ਼ਨ ਦਿੱਤੀ ਜਾਵੇ, ਇਹ ਬੱਚਾ ਡਿਜ਼ਰਵ ਕਰਦਾ ਹੈ, ਡਿਜ਼ਰਵ ਨਹੀਂ ਕਰਦਾ। ਕਿਉਂਕਿ ਉੱਥੇ ਕੋਈ ਕਰਪਸ਼ਨ ਦੀ ਗੱਲ ਕੋਈ ਨਹੀਂ ਸੀ, ਕੋਈ ਨਹੀਂ ਦਾਨ ਲੈ ਲਓਗੇ, ਦਾਨ ਦੀ ਸਾਨੂੰ ਲੋੜ ਨਹੀਂ ਜੀ, ਟੌਪ ਤੇ ਸੀਗੇ। ਅੱਜ ਸਾਡੀਆਂ ਸੰਸਥਾਵਾਂ ਰੋਲ ਗਈਆਂ ਨੇ ਜੀ। ਇਸ ਕਰਕੇ ਜੇ ਕਿਤੇ ਅੱਜ ਵੀ ਆਪਣੇ ਬੱਚਿਆਂ ਦੀ ਅਸੀਂ ਸਿਹਤ ਸਹੂਲਤ ਦਾ ਤੇ ਐਜੂਕੇਸ਼ਨ ਦਾ ਸਹੀ ਤਰੀਕੇ ਨਾਲ ਪ੍ਰਬੰਧ ਕਰ ਲਈਏ ਤੇ ਬਹੁਤ ਸਾਰੇ ਮਸਲੇ ਸਾਡੇ ਆਟੋਮੈਟਿਕਲੀ ਹੱਲ ਹੋ ਜਾਣਗੇ ਜੀ। ਜਿਹੜੇ ਬੱਚੇ ਇੰਟੈਲੀਜੈਂਟ ਨੇ ਉਹ ਆਟੋਮੈਟਿਕ ਕਿਤੇ ਕਿਤੇ ਗਾਂ ਨਿਕਲ ਜਾਂਦੇ ਨੇ ਜੀ। ਤੇ ਜੇ ਅਸੀਂ ਆਪਣੀ ਐਜੂਕੇਸ਼ਨ ਦੇ ਨਹੀਂ ਸਕਣੀ, ਅੱਜ ਮੈਨੂੰ ਵਿਖਾ ਦਿਓ SDPC ਦੀ ਕਿੰਨੇ ਸੰਸਥਾਨ ਨੇ, ਕਿੰਨੇ ਕਾਲਜ, ਕਿੰਨੇ ਬੱਚੇ ਇਹਨਾਂ ਦੇ ਹਰ ਸਾਲ IAS IPS ਬਣਦੇ ਆ, ਕਿੰਨੇ ਬੱਚੇ ਕਲਰਕ ਭਰਤੀ ਕਰਦੇ ਆ, ਬਸ ਕਲਰਕ ਤੋਂ ਵੱਧ ਨਿਕਲ ਵੱਧਦੇ ਨਹੀਂ ਕੋਈ। ਜੇ ਡਾਕਟਰਾਂ ਦੀ ਗੱਲ ਕਰ ਲਏ ਉੱਥੇ ਵੀ ਤੁਸੀਂ ਪੈਸੇ ਲੈ ਕੇ ਭਰਤੀ ਕਰਦੇ, ਜਿਹੜੇ ਡਾਕਟਰ ਪੈਸੇ ਲੈ ਕੇ ਭਰਤੀ ਕੀਤਾ ਕੱਲ ਉਹਨੇ ਬੰਦੇ ਮਾਰਨੇ ਵਿਚੋਲੇ ਥੋੜੀ ਉਹਨੇ। ਕੱਲ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਜੀ, ਹਿੰਦੁਸਤਾਨ ਦੇ ਚੀਫ ਜਸਟਿਸ ਨੇ ਇੱਕ ਸੰਬੋਧਨ ਕਰਦੇ ਇੱਕ ਜਗ੍ਹਾ ਤੇ ਇੰਨੀ ਗੱਲ ਕਹੀ ਆ ਕਿ ਜਿਹੜੀ ਸਾਡੀ LLB ਦੀ ਪੜ੍ਹਾਈ ਹੈ ਨਾ, LLB ਦੀ ਪੜ੍ਹਾਈ ਜੀ ਉਹ ਵੀ ਮਿਆਰੀ ਨਹੀਂ ਰਹੀ। ਉਹਨਾਂ ਦਾ ਨੈਸ਼ਨਲ ਜੁਡੀਸ਼ੀਅਲ ਡਾਟਾ ਗ੍ਰਿਡ ਜਿਹੜਾ ਨਾ ਉਹਦੇ ਅਨੁਸਾਰ ਜੀ ਇਸ ਵੇਲੇ ਸਾਡੀਆਂ ਹੇਠਲੀਆਂ ਅਦਾਲਤਾਂ ਦੇ ਵਿੱਚ 3.81 ਕਰੋੜ ਜਿਹੜੇ ਕੇਸ ਪੈਂਡਿੰਗ ਪਏ ਆ ਜੀ। ਹਾਈ ਕੋਰਟ ਵਿੱਚ 55.33 ਲੱਖ ਕੇਸ ਪੈਂਡਿੰਗ ਪਏ ਆ ਜੀ, ਤੇ ਸੁਪਰੀਮ ਕੋਰਟ ਦੇ ਵਿੱਚ 66,000 ਤੋਂ ਵੱਧ ਕੇਸ ਪੈਂਡਿੰਗ ਪਏ 1 ਮਾਰਚ ਤੱਕ।
ਜੇ ਇਹਨਾਂ ਦੀ ਗੱਲ ਕਰ ਲਈਏ ਤੇ ਜੇ ਹਾਈ ਕੋਰਟ ਦੀ ਗੱਲ ਕਰ ਲਈ ਤੇ ਹਾਈ ਕੋਰਟ ਦੇ ਵਿੱਚ ਸਾਡੀ ਜਿਹੜੀਆਂ ਪੋਸਟਾਂ ਹੈਗੀਆਂ ਵਾ ਪ੍ਰਮਾਣਿਤ ਹੈਗੀਆਂ 25 ਹਾਈ ਕੋਰਟਾਂ ਵਿੱਚ 1080 ਹੈਗੀਆਂ ਜੀ ਤੇ ਸਾਡੇ ਕੋਲ ਜੱਜ ਕਿੰਨੇ ਨੇ 661। ਉਹ ਕਹਿੰਦੇ ਅਸੀਂ 1 ਸਾਲ ਹੋ ਗਿਆ ਕਈ ਜੱਜ ਭਰਤੀ ਕਰਨ ਸਰਕਾਰ ਨੂੰ ਲਿਖ ਕੇ ਵੀ ਦੇ ਚੁੱਕੇ, ਸਿਲੈਕਟ ਵੀ ਕਰ ਚੁੱਕੇ, ਲੇਕਿਨ ਸਰਕਾਰ ਨੇ ਉੱਤੇ ਕੋਈ ਰਿਸਪੌਂਡ ਹੀ ਨਹੀਂ ਕੀਤਾ ਅਜੇ ਤੱਕ ਜੀ। ਸੁਪਰੀਮ ਕੋਰਟ ਦੇ ਵਿੱਚ ਤੁਸੀਂ ਸਾਡੇ ਲੈ ਲਓ ਵੀ 34 ਜੱਜਾਂ ਦਾ ਹੈਗਾ ਪੈਨਲ ਹੈਗਾ ਸਾਡਾ, 30 ਜੱਜ ਨੇ ਤੇ 23 ਅਗਸਤ ਨੂੰ ਜਿਹੜੇ ਸਾਡੇ 23 ਅਪ੍ਰੈਲ ਨੂੰ ਸਾਡੇ ਰਿਟਾਇਰ ਹੋਣੇ ਸੀ, ਗੋਬਿੰਦ ਸਾਹਿਬ ਰਿਟਾਇਰ ਹੋ ਗਏ ਜਦੋਂ ਹੋ ਗਏ ਉਹ 29 ਰਹਿ ਜਾਣੇ ਆ ਜੀ। ਇਹਨਾਂ ਦੇ ਕੇਸਾਂ ਦਾ ਬੋਝ ਆ ਕਿ ਸਾਡੇ ਕੋਲ ਜੱਜ ਹੀ ਪੂਰੇ ਨਹੀਂ। ਦੂਸਰੀ ਪਾਸੇ ਉਹਨਾਂ ਕਹਿੰਦੀ ਗੱਲ ਸੀ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਜੀ, ਜਿਹੜੀਆਂ ਸਾਡੀਆਂ ਯੂਨੀਵਰਸਿਟੀ ਬਣ ਚੁੱਕੀਆਂ ਨੇ, ਇਹ ਨਾਮ ਤਰੀਕ ਯੂਨੀਵਰਸਿਟੀਆਂ ਬਣ ਚੁੱਕੀਆਂ ਨੇ। ਉਹਨਾਂ ਨੇ ਇੱਥੋਂ ਤੱਕ ਇਹ ਗੱਲ ਕਹੀ ਹੈ ਵੀ ਜਿਹੜੀਆਂ ਯੂਨੀਵਰਸਿਟੀਆਂ ਸਾਡੀ ਬੂਜਾ ਦੀ ਪ੍ਰਣਾਲੀ ਹੈ ਨਾ ਉਹਨਾਂ ਦਾ ਮਿਆਰ ਬਹੁਤ ਜ਼ਿਆਦਾ ਥੱਲੇ ਡਿੱਗ ਚੁੱਕਾ ਵਾ। ਉਹਨਾਂ ਜੋ ਕਿਹਾ ਮੈਂ ਉਹ ਕਹਿਣ ਲੱਗਾ ਜੀ, ਕਾਨੂੰਨ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੀ ਸ਼ੁਰੂਆਤ ਸਮੇਂ ਤੋਂ ਹੀ ਲੋਕਾਂ ਨਾਲ ਜੋੜਨ ਦਾ ਅਸਲ ਜ਼ਿੰਮੇਵਾਰੀ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਜੀ। ਇਸ ਨਾਲ ਹੀ ਲਾਲ ਕਾਲਜਾਂ ਚੋਂ ਗ੍ਰੈਜੂਏਟ ਬਣ ਕੇ ਨਿਕਲਣ ਵਾਲੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਆਪਣੀ ਪੜ੍ਹਾਈ ਦੌਰਾਨ ਲੋਕ ਅਦਾਲਤਾਂ, ਕਾਨੂੰਨੀ ਸਹਾਇਤਾ ਕੇਂਦਰਾਂ ਅਤੇ ਵਿਚੋਲਗੀ ਕੇਂਦਰਾਂ ਨਾਲ ਜੁੜ ਕੇ ਪੇਸ਼ੇਵਰ ਤਜਰਬਾ ਹਾਸਲ ਕਰਨ। ਵਕੀਲ ਆਪਣੇ ਮੌਕਲ ਨੂੰ ਸਹੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਦੀ ਸਲਾਹ ਦੇ ਕੇ ਤੇ ਮੁਕੱਦਮੇ ਦੀ ਸ਼ੁਰੂਆਤੀ ਪੜਾਅ ਵਿੱਚ ਆਪਸੀ ਸਹਿਮਤੀ ਨਾਲ ਵਿਵਾਦ ਹੱਲ ਕਰਨ ਲੈਣ ਲਈ ਪ੍ਰੇਰਿਤ ਕਰਕੇ ਅਦਾਲਤਾਂ ਦੇ ਮੁਕੱਦਮਿਆਂ ਦਾ ਭਾਰ ਘਟਾਉਣ 'ਚ ਵੱਡਾ ਯੋਗਦਾਨ ਪਾ ਸਕਦੇ ਹਨ ਜੀ। ਵਕੀਲਾਂ ਦੀ ਜ਼ਿੰਮੇਵਾਰੀ ਸਿਰਫ ਆਪਣੇ ਮੁਕੱਲ ਪ੍ਰਤੀ ਹੀ ਨਹੀਂ ਸਗੋਂ ਸਮਾਜ ਪ੍ਰਤੀ, ਕਾਨੂੰਨ ਦੇ ਨਿਆਂਪਾਲਕਾਂ ਪ੍ਰਤੀ ਵੀ ਹੈ ਜੀ। ਮੌਜੂਦਾ ਪ੍ਰਣਾਲੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਚਿੱਤਰ ਨਿਰਮਾਣ ਕਰਦੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਸਮਰਥ ਨਹੀਂ। ਅਕਸਰ ਵਿਦਿਆਰਥੀ ਇੱਕ ਚੂਹਾ ਦੌੜ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਸਾਨੂੰ ਸਭ ਤੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਚ ਸੁਧਾਰ ਲਿਆਉਣ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਬਾਹਰ ਦੀ ਦੁਨੀਆ ਵਿੱਚ ਆਪਣੇ ਕੈਰੀਅਰ ਪ੍ਰਤੀ ਸਹੀ ਨਜ਼ਰੀਆ ਅਪਣਾ ਸਕਣ। ਉਹਨਾਂ ਇੱਥੋਂ ਤੱਕ ਕਿਹਾ ਕਿ ਜਿਹੜੀ ਸਾਡੀ ਐਜੂਕੇਸ਼ਨ ਪ੍ਰਣਾਲੀ, ਅਸੀਂ ਜੱਜ ਵੀ ਆ, ਉਹ ਵੀ ਸਾਡੀ ਪੜ੍ਹਾਈ ਮਿਆਰੀ ਨਾ ਹੋਣ ਕੇ ਸਹੀ ਵਕੀਲ ਨਹੀਂ ਆ ਰਹੇ ਤੇ ਸਹੀ ਸਾਡੇ ਕੋਲ ਜੱਜ ਨਹੀਂ ਆ ਰਹੇ। 1 ਲੱਖ ਤੋਂ ਉੱਪਰ ਜਿਹੜੇ ਆ ਹਰ ਸਾਲ ਜਿਹੜੇ ਬੱਚੇ ਜਿਹੜੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਲਾ ਗ੍ਰੈਜੂਏਟ ਕਰਕੇ ਬਾਹਰ ਨਿਕਲਦੇ ਜੀ, ਸਿਰਫ 25% ਹੀ ਜਿਹੜੀ ਵਕਾਲਤ ਕਰਨ ਦੇ ਕਾਬਿਲ ਹੁੰਦੇ ਆ। ਉਹੀ ਮਸਲਾ ਉਹਦੇ ਚਾਹੁੰਦੇ, ਬਾਕੀ ਆਉਂਦੇ ਨਹੀਂ ਕਿ ਉਹਨਾਂ ਕੋਲ ਮਿਆਰ ਹੀ ਨਹੀਂ ਹੁੰਦਾ। ਯੂਨੀਵਰਸਿਟੀਆਂ ਜਿਹੜੀਆਂ ਸਾਡੀਆਂ ਡਿਗਰੀਆਂ ਦੇ ਮਸ਼ੀਨਾਂ ਬਣ ਗਈਆਂ, ਬਸ ਡਿਗਰੀ ਲੈ ਜਾਓ, ਜਾ ਕੇ ਆਪਣਾ ਕੰਮ ਕਰੋ। ਪ੍ਰਾਈਵੇਟ ਤੁਸੀਂ ਪੜ੍ਹ ਲਓ, ਪੜ੍ਹਾਈ ਕਰਕੇ ਵਕੀਲ ਬਣ ਜਾਓ, ਕੀ ਕਰਨਗੇ ਜੀ। ਇਸ ਕਰਕੇ ਉਹਨਾਂ ਨੇ ਕਿਹਾ ਵੀ ਇਹ ਚਿੰਤਾ ਦਾ ਵਿਸ਼ਾ ਵਾ। ਜਿੰਨਾ ਚਿਰ ਤੱਕ ਅਸੀਂ ਆਪਣੀ ਪੜ੍ਹਾਈ ਨਿਆਰੀ ਨਹੀਂ ਕਰਦੇ ਉਹਨਾਂ ਚਿਰ ਅਸੀਂ ਨਿਆਂਪਾਲਿਕਾ ਚ ਵੀ ਸਹੀ ਕਦਮ ਨਹੀਂ ਚੁੱਕ ਸਕਦੇ। ਹੈਦਰਾਬਾਦ ਦੇ ਵਿੱਚ ਨਾ ਜਾਣਨੇ ਵਾਲੀ ਇਹ ਸਭ ਬੜੀ ਪੁਰਾਣੀ ਖਬਰ ਆ। ਉੱਥੇ ਇੱਕ ਜੱਜ ਨੇ ਕੀਤਾ 1 ਸਾਲ ਦੇ ਵਿੱਚ 1000 ਕੇਸ ਨਿਬੇੜ ਦਿੱਤਾ। ਅੱਛਾ ਜੀ। ਤੇ ਵਕੀਲ ਔਖੇ ਹੋ ਗਏ ਉਹਨੇ ਫਿਰ ਤਾਂ। ਵਕੀਲਾਂ ਨੇ ਉਹਦੇ ਸਾਹਮਣੇ ਨਜ਼ਾਰੇ ਕੀਤੇ ਉੱਥੇ ਵੀ ਕਿਉਂ ਦੱਬੀ ਹੋਣਾ ਸਾਡਾ, ਉਹ ਕਹਿੰਦੇ ਤੂੰ ਸਾਡੇ ਬੱਚੇ ਭੁੱਖੇ ਮਾਰ ਦੇਗਾ। ਬਕਾਇਦਾ ਤੌਰ ਤੇ ਸ਼ਿਕਾਇਤ ਹੋਈ, ਸ਼ਿਕਾਇਤਾਂ ਕੀਤੀਆਂ, ਸੁਪਰੀਮ ਕੋਰਟ ਚੋਂ ਟੀਮ ਗਈ ਵੀ ਇਹ ਬੰਦੇ ਨੇ ਆਹ ਕੰਮ ਕੀਤਾ, ਉਹਦੀ ਵਕੀਲ ਸਾਰੇ ਰਿਕਾਰਡ ਚੈੱਕ ਕੀਤਾ, ਉਹਨੇ ਕਿਹਾ ਬਿਲਕੁਲ ਮੈਰਿਟ ਤੇ ਕੰਮ ਕੀਤੇ। ਉਹਦੇ ਜਿਹੜੇ ਕੇਸ ਸੀ ਅਫਸਰ ਕੋਰਟ ਚ 25% ਕੇਸ ਹੀ ਨਹੀਂ ਸੀ ਗਏ ਜੀ। ਇਹਨੇ ਮੈਨੀਫੈਸਚਰ ਕੀਤੇ, ਉਹਨਾਂ ਕਿਹਾ ਜੀ ਇਹਨੂੰ ਇੱਥੇ ਨਹੀਂ, ਇਹਨੂੰ ਕਿਤੇ ਹੋਰ ਜਗ੍ਹਾ ਲਾਓ, ਚੰਗੀ ਜਗ੍ਹਾ ਲਾਓ, ਬੰਦਾ ਕੰਮ ਵਾਲਾ। ਤੇ ਜੇ ਇਹੋ ਜਿਹੇ ਜੱਜ ਆਉਣਗੇ ਤੇ ਉਹ ਤੇ ਇਨਸਾਫ ਕਰ ਦੇਣਗੇ, ਤੇ ਜਿਨ੍ਹਾਂ ਨੇ ਆਪ ਪੜ੍ਹਿਆ ਨਹੀਂ ਦੂਜਿਆਂ ਵਾਸਤੇ ਕੀ ਕਰਨਾ, ਉਹਨੂੰ ਤੇ ਫਿਰ ਤਰੀਕੇ ਹੋਣਗੇ ਪਾ ਦੋ ਤਰੀਕ ਤੇ ਤਰੀਕ ਉਹ ਫਿਰ ਉਹਦਾ ਨਾਂ ਉਹ ਯਾਦ ਆ ਜਾਂਦਾ ਨਾ, ਡਾਇਲੌਗ ਜਿਹਾ ਆਪਣੇ ਦਾ ਸਨੀ ਦਿਓਲ ਦਾ। ਹਾਂ, ਤਰੀਕ ਤੇ ਤਰੀਕ ਬਿਲਕੁਲ ਠੀਕ ਰਹੀ ਗੱਲ। ਤੇ ਪੱਟੀ ਸਾਹਿਬ, ਲੱਗਦਾ ਤੁਹਾਨੂੰ ਤੁਹਾਡੇ ਮਾਝੇ ਵਾਲੇ ਤੇ ਮਾਲਵੇ ਵਾਲੇ ਜਿਹੜੇ ਜਥੇਦਾਰ ਨੇ ਇਕੱਠੇ ਹੋ ਜਾਣਗੇ? ਵੇਖੋ ਜੀ, ਇਹਦੇ ਵਿੱਚ ਪ੍ਰਵਿੰਦਰ ਸਿੰਘ ਢੀਂਡਸਾ ਨੇ ਇੱਕ ਬਿਆਨ ਦਿੱਤਾ, ਇਹਦੇ ਵਿੱਚ ਉਹਨੇ ਕਿਹਾ ਕਿ ਅਸੀਂ ਮਾਝੇ ਵਾਲੇ ਤੇ ਸਿਰਫ ਇਹ ਆਪਣੇ ਮਾਲਵੇ ਵਾਲੇ ਨਹੀਂ, ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਤੇ ਬਸਪਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੀ। ਤੇ ਇਹਨਾਂ ਸਾਰੀਆਂ ਜਿਹੜੀਆਂ ਛੋਟੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਇੱਕ ਮੰਚ ਤੇ ਇਕੱਠਾ ਕਰਕੇ ਇੱਕ ਮੰਚ ਬਣਾਇਆ ਜਾਵੇ ਤੇ ਉਹਦੇ ਕਨਵੀਨਰ ਉਮੀਦ ਆ ਵੀ ਸੁਖਦੇਵ ਸਿੰਘ ਢੀਂਡਸਾ ਹੋਣਗੇ ਜੀ। ਸੀਟਾਂ ਦੀ ਵੰਡ ਕਰਕੇ ਚੋਣ ਲੜੀ ਜਾਵੇ ਤੇ ਤੀਸਰਾ ਫਰੰਟ, ਚੌਥਾ ਨਹੀਂ, ਇਹਨੂੰ ਤੀਸਰੇ ਫਰੰਟ ਚ ਕਨਵਰਟ ਕੀਤਾ ਜਾਵੇ। 2 ਫਰੰਟ ਤੇ ਹੈਗੇ ਅਕਾਲੀ ਦਲ, ਬਾਦਲ ਤੇ ਕਾਂਗਰਸ, ਤੀਸਰਾ ਫਰੰਟ ਬਣਾਇਆ ਜਾਵੇ। ਕੋਸ਼ਿਸ਼ ਜਾਰੀ ਆ। ਉਹਦੇ ਵਿੱਚ ਗੜੀ ਨੇ ਕਹਿਤਾ ਵੀ ਅਸੀਂ ਤਿਆਰ, ਆਮ ਆਦਮੀ ਪਾਰਟੀ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਤਿਆਰ ਆ। ਜੇ ਉਹ ਤਿਆਰ ਕਿ ਹਾਈ ਕੋਰਟ ਨੂੰ ਪਰਮਿਸ਼ਨ ਮਿਲ ਜਾਂਦੀ ਆ
ਤੇ ਮੈਂ ਸੋਚਦਾ ਵੀ ਇਹਦੋਂ ਵਧੀਆ ਮੰਚ ਕੋਈ ਨਹੀਂ ਬਣੇਗਾ, ਵਧੀਆ ਮੰਚ ਬਣ ਜਾਏਗਾ ਜੀ। ਜਿਹੜੇ ਸਾਡੇ ਨਵਜੋਤ ਸਿੰਘ ਸਿੱਧੂ ਹੋਰੀ ਆ ਉਹਨਾਂ ਦੇ ਵੱਧ ਪੱਤ ਲਗਭਗ ਤੁਹਾਨੂੰ ਪਤਾ ਆਪਣੀ ਜਿਹੜੀ ਉਹ ਕਰਦੇ ਹੁੰਦੇ ਗੱਲ ਉਹਨਾਂ ਤੋਂ ਹੁਣ ਉੱਥੋਂ ਜਿਹੜੀ ਆ ਉਹ ਛੱਡਣੀ ਮੁਸ਼ਕਲ ਆ ਜੀ। ਉਹਨਾਂ ਤੋਂ ਜਿਹੜੀ ਨਾ ਕਾਂਗਰਸ ਛੱਡੀ ਮੁਸ਼ਕਲ ਆ। ਉਹਨਾਂ ਕਿਹਾ ਜਹਾਂ ਵੀ ਜਾਏਗਾ रोशनी लुटाएगा, किसी तरह का अपना कोई घर नहीं होता। ਉਹਨਾਂ ਇੱਕ ਹੋਰ ਉਹਨਾਂ ਨੇ ਜਿਹੜੀ ਸੀ ਕੱਲ ਕੀਤਾ, ਜਿਹੜਾ ਟਵੀਟ ਕੀਤਾ ਉਹ ਵੀ ਇਸੇ ਤਰ੍ਹਾਂ ਦਾ ਕੁਝ ਕੀਤਾ, ਉਹ ਵੀ ਮੈਨੂੰ ਮਿਲਦਾ ਤੇ ਆਪਾਂ ਵੀ ਨਾਲ ਗੱਲ ਕਰਾਂਗੇ ਅਗਲੀ ਖਬਰ ਤੇ। ਚਲੋ, ਤੇ ਹੁਣ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ ਤੇ ਮੁੱਖ ਮੰਤਰੀ ਤੱਕ ਵੀ ਜਿਹੜਾ ਗੱਲਾਂ ਪਹੁੰਚਦੀਆਂ ਨਜ਼ਰ ਆਉਂਦੀਆਂ ਨੇ ਕਿ? ਬਿਲਕੁਲ ਜੀ ਬਿਲਕੁਲ, ਜਿੱਥੋਂ ਕਿ ਮੇਰਾ ਆਪਣਾ ਖਿਆਲ ਹੈ ਜੀ, ਮੇਰੀ ਆਪਣੀ ਰਾਏ ਹੈ। ਤੁਹਾਡੀ ਰਾਏ ਹੈ? ਅੱਛਾ, ਹਾਂਜੀ, ਮੇਰੀ ਆਪਣੀ ਰਾਏ ਕਿ ਉਹਨਾਂ ਨੂੰ ਕਿਹਾ ਸਿੱਧੂ ਸਾਹਿਬ ਤੁਸੀਂ ਤਕੜੇ ਹੋ ਕੇ ਇਲੈਕਸ਼ਨ ਲੜੋ, ਆਪਣੇ ਲੋੜੀਂਦੇ ਜਿੰਨੇ ਲੋੜ ਆਪਾਂ ਨੂੰ ਉਹ ਜੇ ਆਪਣੇ ਆ ਜਾਂਦੇ ਆ ਮੈਂਬਰ ਚੋਣ ਵਿਧਾਇਕ ਚੁਣ ਕੇ ਆ ਜਾਂਦੇ ਆ ਜੀ, ਤੇ ਬਹੁਤ ਸੋਹਣੀ ਤੁਹਾਨੂੰ ਅਸੀਂ ਮੌਕਾ ਦਿਆਂਗੇ ਮੁੱਖ ਮੰਤਰੀ ਬਣਨ ਦਾ। ਇੰਝ ਲੱਗਦਾ ਕਿਉਂ ਸਿੱਧੂ ਨੇ ਕਿਹਾ ਫਨ ਕੁਚਲਣ ਦਾ ਹੁਰਨ ਸਿੱਖੋ ਜਨਾਬ, ਸੱਪਾਂ ਦੇ ਖੌਫ ਨਾਲ ਜੰਗਲ ਨਹੀਂ ਛੱਡਿਆ ਕਰਦੇ। ਅੱਛਾ ਜੀ, ਜੇ ਉਹਨੇ ਤਾਂ ਗੱਲ ਕਹਿਤੀ ਵੀ ਸੱਪਾਂ ਦੇ ਖੌਫ ਨਾਲ ਜੰਗਲ ਹੀ ਛੱਡ ਜਾਂਦੇ, ਮਤਲਬ ਮੈਂ ਕਾਂਗਰਸੀ ਛੱਡਣ ਲਈ ਤਿਆਰ ਨਹੀਂ। ਬੇਸ਼ੱਕ ਅਗਲੇ ਦਿਨ ਸਨੀ ਸਭ ਬੈਠੇ ਆ, ਮੈਂ ਉਹਨਾਂ ਦਾ ਮੁਕਾਬਲਾ ਕਰੂੰਗਾ ਜੀ। ਇੰਝ ਲੱਗਦਾ ਵੀ ਉਹ ਕਾਂਗਰਸੀ ਛੱਡਣਗੇ, ਇੱਥੇ ਰਹਿ ਕੇ ਇਸੇ ਤਨਖਾਹ ਤੇ ਕੰਮ ਕਰਨਗੇ ਤੇ ਇੱਥੇ ਇਲੈਕਸ਼ਨ ਲੜਨਗੇ। ਤੁਹਾਨੂੰ ਯਾਦ ਹੋਏਗਾ ਵੀ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕ ਇਕੱਠੇ ਕਰਕੇ ਕਿਹਾ ਸੀਗਾ ਉਹਨਾਂ ਨੂੰ ਜੀ, 27 ਵਿਧਾਇਕ ਇਕੱਠੇ ਹੋਏ ਸੀਗੇ ਤੇ ਉਹਨਾਂ ਨੂੰ ਕਿਹਾ ਸੀ ਤਾਂ ਵੱਖਰੀ ਪਾਰਟੀ ਬਣਾ ਲਈ। ਉਹਨਾਂ ਦਾ ਜਵਾਬ ਇਹ ਸੀ 23 ਵਿਧਾਇਕਾਂ ਨੇ ਕਹਿਤਾ ਸੀ ਸਾਨੂੰ ਕਾਂਗਰਸ ਨੇ ਕੈਪਟਨ ਸਾਹਿਬ ਬਹੁਤ ਕੁਝ ਦਿੱਤਾ ਵਾ ਜੀ, ਤੁਸੀਂ ਪਾਰਟੀ ਬਣਾਉਣੀ ਬਣਾ ਲਓ, ਅਸੀਂ ਪਾਰਟੀ ਨਹੀਂ ਬਣਾਉਣੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਪਾਰਟੀ ਬਣਾਉਣ ਦਾ ਜਿਹੜਾ ਸੀ ਆਪਣਾ ਵਿਚਾਰ ਛੱਡ ਦਿੱਤਾ ਸੀ ਜੀ, ਲੇਕਿਨ ਇੰਨਾ ਕੁ ਦਬਾਅ ਸੈਂਟਰ ਤੇ ਪਾਇਆ ਸੀ, ਫਿਰ ਉਹ ਡਿਕਲੇਅਰ ਹੋ ਗਿਆ ਕਿ ਅਗਲੇ ਮੁੱਖ ਮੰਤਰੀ ਹੋਣਗੇ, ਇਲੈਕਸ਼ਨ ਲੜੀ, ਸੀਟਾਂ ਆ ਗਈਆਂ। ਉਹਦੇ ਵਿੱਚ ਤੁਹਾਨੂੰ ਵੀ ਪਤਾ ਹੋਏਗਾ ਕਿ ਭਾਜਪਾ ਦੀ ਵੀ ਇੱਕ ਬੜੀ ਵੱਡੀ ਚਾਲ ਸੀ ਜੀ। ਭਾਜਪਾ ਦੇ ਇੱਕ ਮੈਸੇਜ ਇੱਕ ਫੋਨ ਤੇ ਕੰਮ ਹੁੰਦੇ, ਪਰ ਫਿਰ ਕੰਮ ਕਰਦੇ ਨਹੀਂ, ਤੇਜ਼ੀ ਨਾਲ ਕਰਦੇ। ਭਾਜਪਾ ਦੇ ਇੰਨੀ ਗੱਲ ਕੀਤੀ ਵੀ ਆਮ ਆਦਮੀ ਪਾਰਟੀ ਨੂੰ ਰੋਕਣ ਵਾਸਤੇ ਪੰਜਾਬ ਦੇ ਵਿੱਚ ਜੋ ਵੀ ਹੁੰਦਾ ਕਰ ਦਿਓ, ਬਚਾ ਕੰਪਨੀ ਉਮੀਦਵਾਰ ਹਾਰਦੇ ਤੇ ਹਰਾ ਦਿਓ। ਅੱਛਾ, ਪਰ ਨਾਲ ਗੰਢ ਧੁੱਪ ਕਰ ਲਓ, ਕਿਸੇ ਦੀ ਨਾਲ ਗੰਢ ਧੁੱਪ ਕਰ ਲਓ ਤੁਸੀਂ, ਜਿਹਦੇ ਕਰਕੇ ਆਪਾਂ ਅੰਦਾਜ਼ਾ ਲਾਉਂਦੇ ਕਿ 60 ਤੋਂ ਵੱਧ ਕੈਪਟਨ ਦੀਆਂ ਸੀਟਾਂ ਆਉਣੀਆਂ ਸੰਭਵ ਨਹੀਂ। ਜਿੰਨੇ ਸਿਆਸੀ ਮਾਹਿਰ ਸੀ ਉਹੀ ਗੱਲ ਕਹਿੰਦੇ ਸੀ, ਸਿਆਸੀ ਪੰਡ ਵੀ ਕਹਿੰਦੇ 60 ਤੋਂ ਸੀਟਾਂ ਨਹੀਂ ਵੱਧ ਹੋਣਗੀਆਂ ਤੇ 70 ਸੀਟਾਂ ਆਈਆਂ ਇਸੇ ਕਰਕੇ ਸੀਗੀਆਂ ਜੀ। ਤੇ ਇਹਨਾਂ ਦਾ ਆਪਸੀ ਗੱਲਬਾਤ ਹੋਈ ਸੀ ਤੇ ਤੁਹਾਨੂੰ ਪਤਾ ਵੀ 3 ਸਾਲ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਬੋਲੀ ਨਰਿੰਦਰ ਮੋਦੀ ਦੀ ਬੋਲਦੇ ਰਹੇ। ਭਾਵੇਂ ਉਹ ਕਰਤਾਰਪੁਰ ਦਾ ਲਾਂਘਾ ਹੋਵੇ, ਭਾਵੇਂ ਉਹ ਸਰਹੱਦ ਦੀ ਗੱਲ ਹੋਵੇ, ਭਾਵੇਂ ਪਾਕਿਸਤਾਨ ਦੀ ਗੱਲ, ਭਾਵੇਂ ਚਾਈਨਾ ਦੀ ਗੱਲ ਹੋਵੇ ਜੀ। ਜਿਹੜਾ ਬਿਆਨ ਨਰਿੰਦਰ ਮੋਦੀ ਦੇ ਬਾਅਦ ਦਿੱਤਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਦਿੱਤਾ ਜੀ। ਨਰਿੰਦਰ ਮੋਦੀ ਨੇ ਤੇ ਵਿਰੋਧ ਕੀਤਾ ਨਹੀਂ ਸੀ ਤੇ ਕੈਪਟਨ ਨੇ ਪਹਿਲਾਂ ਕਰਤਾਰਪੁਰ ਲਾਂਘੇ ਦਾ ਵਿਰੋਧ ਕਰ ਦਿੱਤਾ ਸੀਗਾ। ਇਸ ਕਰਕੇ ਅੰਦਰ ਦੀਆਂ ਗੱਲਾਂ ਸੀ ਬਾਹਰ ਹੋਣਗੀਆਂ ਕਿ ਭਾਜਪਾ ਦੀ ਇੱਕੋ ਨੀਤੀ ਸੀ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਪੈਰ ਨਹੀਂ ਲੱਗਣ ਦੇਣੇ, ਜੇ ਪੰਜਾਬ 'ਚ ਪੈਰ ਲਾ ਦੇ ਤੇ ਫਿਰ ਲਾਗੀਆਂ ਸਟੇਟਾਂ 'ਚ ਇਹਨੇ ਆਪਣੇ ਪੈਰ ਪਸਾਰ ਲੈਣੇ ਜੀ। ਐਤਕੀ ਪਾਲਿਸੀ ਉਹਨਾਂ ਦੀ ਹੈ ਵੀ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਪੈਰ ਨਾ ਲੱਗਣ ਦੇ, ਪਤਾ ਉਹਨਾਂ ਨੂੰ ਵੀ ਹੈ, ਪਤਾ ਆਮ ਆਦਮੀ ਪਾਰਟੀ ਨੂੰ ਵੀ ਕੀ ਹੋ ਰਿਹਾ ਕੀ ਨਹੀਂ ਇੱਥੇ ਹੋ ਰਿਹਾ ਜੀ। ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਜੇ ਲੋੜ ਪਈ ਤੇ ਕੇਂਦਰ ਜਿਹੜਾ ਵਾ ਮੌਕਾ ਆਉਣ ਤੇ ਕਾਂਗਰਸੀ ਮਦਦ ਕਰੇਗਾ, ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕਰੇਗਾ, ਕਿਸੇ ਹੋਰ ਦੀ ਕਰੇਗਾ। ਅੱਛਾ, ਮੈਨੂੰ ਇੱਕ ਚੀਜ਼ ਦੱਸੋ ਵੀ ਕੇਂਦਰ ਸਰਕਾਰ ਨੇ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕਰਨ ਬਾਰੇ ਜਿਹੜੀ ਹੈ ਉਹ ਸੋਚਣ ਲੱਗੀ ਹੈ, ਇਹਦੇ ਨਾਲ ਅਕਾਲੀਆਂ ਨੂੰ ਕੀ ਫਰਕ ਪਊਗਾ ਜੀ? ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਹੈ ਨਾ ਜੀ 1925 ਦੇ ਵਿੱਚ ਜਿਹੜਾ ਪੰਜਾਬ ਗੁਰਦੁਆਰਾ ਐਕਟ ਬਣਿਆ, ਪੰਜਾਬ ਗੁਰਦੁਆਰਾ ਐਕਟ ਦੇ ਵਿੱਚ 761 ਗੁਰਦੁਆਰੇ ਆਏ। ਅੱਛਾ ਜੀ। ਇਹਦੇ ਵਿੱਚ ਆਉਣ ਤੋਂ ਬਾਅਦ 1930 ਦੇ ਵਿੱਚ ਸਾਡੇ ਲੀਡਰ ਨੇ ਇੱਕ ਸੁਪਨਾ ਲਿਆ ਕਿ ਇਹ ਪੰਜਾਬ ਗੁਰਦੁਆਰਾ ਐਕਟ ਕਿਉਂ ਨਾ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਬਣਾ ਕੇ ਸਾਰੇ ਹਿੰਦੁਸਤਾਨ, ਸਾਰੇ ਇੰਡੀਆ ਦੇ ਗੁਰਦੁਆਰੇ ਇਕਮੁੱਠ ਕਰ ਲਈਏ। ਉਹ ਵਿਚਾਰਾਂ ਕਰਦੇ ਰਹੇ, ਲੇਕਿਨ ਉਹ ਉਹਨਾਂ ਦੀਆਂ ਵਿਚਾਰਾਂ ਨੇਪਰੇ ਨਹੀਂ ਚੜ ਸਕੀਆਂ ਜੀ। ਪਹਿਲੀ ਵਾਰੀ 1958 ਦੇ ਵਿੱਚ ਇਹਨਾਂ ਦਾ ਇੱਕ ਸੰਸਦ ਮੈਂਬਰ ਸੀ ਅਜੀਤ ਸਿੰਘ ਸਰਹੱਦੀ, ਉਹਨੂੰ ਕਿਹਾ ਗਿਆ ਭਾਈ ਵੀ ਤੂੰ ਪ੍ਰਾਈਵੇਟ ਇੱਕ ਬਿੱਲ ਲੈ ਕੇ ਆ ਆਲ ਇੰਡੀਆ ਗੁਰਦੁਆਰਾ ਐਕਟ ਦਾ।
ਉਹਨੇ ਬਿੱਲ ਲਿਆਂਦਾ ਨਾ ਜੀ ਜੀ ਤੇ ਉਹਦੀ ਜਗ੍ਹਾ ਤੇ ਇੱਕ ਹੈਗਾ ਸੀ ਮੱਧ ਪ੍ਰਦੇਸ਼ ਕਾਂਗਰਸੀ ਐਮਪੀ ਸੀ ਅਮਰ ਸਿੰਘ ਸਹਿਗਲ। ਜੀ ਉਹਨੇ ਉਹ ਅਗਸਤ 1958 ਵਿੱਚ ਬਿੱਲ ਜਿਹੜਾ ਪੇਸ਼ ਕਰ ਦਿੱਤਾ। ਲੇਕਿਨ ਜਦੋਂ ਉੱਤੇ ਵਿਚਾਰ ਚਰਚਾ ਆਈ ਉਹਨੂੰ ਕੋਈ ਬਹੁਤੀ ਜਿਹੜੀ ਹੰਗਾਰਾ ਨਾ ਮਿਲਿਆ ਤੇ ਉਹ ਮਨਸੂਖ ਹੋ ਗਿਆ। ਜੀ ਉਸ ਤੋਂ ਬਾਅਦ ਫਿਰ ਇਹ ਦੂਜਾ ਅਟੈਂਪਟ ਫਿਰ ਕੀਤਾ ਗਿਆ ਕਿ ਗੁਰਦੁਆਰਾ ਐਕਟ ਬਣਾਇਆ ਜਾਵੇ, ਚੰਗੀ ਗੱਲ। 1964 ਦੇ ਵਿੱਚ ਫਿਰ ਇਹ ਬੋਲਣਾ ਪ੍ਰਾਈਵੇਟ ਬਿੱਲ ਪੇਸ਼ ਹੋਇਆ ਜੀ, ਇਹ ਫਿਰ ਮਨਸੂਖ ਹੋ ਗਿਆ ਤੇ 1977 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹਨਾਂ ਨੇ ਗੁਰਦੁਆਰਾ ਆਲ ਇੰਡੀਆ ਗੁਰਦੁਆਰਾ ਐਕਟ ਦੀ ਡਰਾਫਟਿੰਗ ਕੀਤੀ ਜੀ। ਜਸਟਿਸ ਹਰਬੰਸ ਸਿੰਘ ਦੀ ਅਡਵਾਈ ਹੇਠ ਇੱਕ ਸਲਾਹਕਾਰ ਕਮੇਟੀ ਬਣੀ ਸੀ ਤੇ ਇਹ ਵਡਾਸਾਈ ਨੇ ਕਹਿਤਾ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਅਸੀਂ ਲਾਗੂ ਕਰਾਂਗੇ ਜੀ। ਲੇਕਿਨ 1979 ਚ ਸਰਕਾਰ ਚਲੀ ਗਈ ਤੇ ਇਹ ਜਿਹੜਾ ਸੀ ਇਹ ਫਿਰ ਅਧੂਰਾ ਰਹਿ ਗਿਆ ਜੀ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ 1982 ਚ ਆਪਣਾ ਜਿਹੜਾ ਮੁੜ ਕੇ ਆਨੰਦਪੁਰ ਦਾ ਮਤਾ ਬਣਾਇਆ ਵਾ, ਆਨੰਦਪੁਰ ਦੇ ਮਤੇ ਦੇ ਵਿੱਚ ਵੀ ਜਿਹੜੀ 40 ਮੰਗਾਂ ਸੀ ਇੱਕ ਸ਼ਾਮਲ ਗੁਰਦੁਆਰਾ ਐਕਟ ਵੀ ਹੈਗਾ ਸੀ। ਇੱਥੋਂ ਤੱਕ ਕਿ 1986 ਜੇ ਰਜੀਵ ਲੋਂਗੋਵਾਲ ਸਮਝੌਤਾ ਜਿਹੜਾ ਉਹਦੀ 5 ਜਿਹੜੀ ਮੱਦ ਅੰਦਰ 5 ਉਹਦੇ ਵਿੱਚ ਵੀ ਆਲ ਇੰਡੀਆ ਗੁਰਦੁਆਰਾ ਐਕਟ ਹੈਗਾ ਜੀ। ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਐਕਟ ਕਿਉਂ ਨਹੀਂ ਬਣਿਆ, ਇਹ ਐਕਟ ਕਿਉਂ ਨਹੀਂ ਬਣ ਸਕਿਆ? ਕਿਉਂਕਿ ਇਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਜਦੋਂ ਵਾਜਪਾਈ ਦੀ ਸਰਕਾਰ ਸੀ ਉਦੋਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਚੱਲੀ ਜੀ। ਉਹਨਾਂ ਨੇ ਇਹਨਾਂ ਨੂੰ ਖਰੜਾ ਭੇਜ ਦਿੱਤਾ ਵੀ ਤੁਸੀਂ ਜਿਹੜੀ ਸੋਧ ਕਰ ਰਹੇ ਹੋ ਸਾਨੂੰ ਵਾਪਸ ਸੋਧ ਕਰਕੇ ਭੇਜ ਦਿਓ। ਇਹਨਾਂ ਨੇ ਕੀ ਕੀਤਾ ਤਾਂ ਸੋਧ ਕੀਤੀ ਨਹੀਂ, ਭੇਜੇ ਹੀ ਨਹੀਂ। ਉਹ ਅੱਜ ਮੈਂ ਐਸਜੀਪੀਸੀ ਦੀ ਇਹਨਾਂ ਨੂੰ ਕਿਸੇ ਕਹਿਤਾ ਵੀ ਜੇ ਕਿਤੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਗਿਆ ਤੇ ਬਾਹਰਲੇ ਗੁਰਦੁਆਰਿਆਂ ਜਿਹੜੇ ਮੈਂਬਰ ਆਉਣਗੇ ਉੱਥੋਂ ਦੀ ਸਰਕਾਰ ਦੇ ਕਹਿਣ ਤੇ ਵੋਟ ਪਾਉਣਗੇ, ਤੁਹਾਡੇ ਕਹਿਣ ਤੇ ਨਹੀਂ ਪਾਉਣਗੇ ਤੇ ਤੁਹਾਡੀਆਂ ਕੁਰਸੀਆਂ ਖਤਰੇ 'ਚ ਪੈ ਜਾਣੀਆਂ ਜੇ। ਪੰਜਾਬੀ ਸੂਬਾ ਬਣਾਉਣ ਦਾ ਮੇਨ ਕਾਰਨ ਇਹ ਸੀ ਨਾ ਕਿ ਜੇ ਪੰਜਾਬੀ ਸੂਬਾ ਨਹੀਂ ਬਣਦਾ ਵੱਡਾ ਜਿਹੜਾ ਮਹਾਨ ਪੰਜਾਬ ਰਹਿੰਦਾ ਤੇ ਸਾਈ ਮੁੱਖ ਮੰਤਰੀ ਨਹੀਂ ਬਣ ਸਕਦੇ। ਉਹਦਾ ਮੇਨ ਕਾਰਨ ਇਹ ਵੀ ਸੀ ਇੱਕ ਜੀ, ਜੇਕਰ ਬਹਾਨੇਬਾਜ਼ੀਆਂ ਕੀਤੀਆਂ ਗਈਆਂ ਵੱਖਰੀਆਂ ਆਈਆਂ ਉਹ ਪੰਜਾਬੀ ਸੂਬਾ ਬਣਾਉਣ ਲਈ ਅਸੀਂ ਖੱਟਿਆ ਕੀ ਨੁਕਸਾਨ ਕਰਾਇਆ, ਆਪਣੇ ਮੁੰਡੇ ਮਰਵਾਏ, ਆਪਣਾ ਇਲਾਕਾ ਖੋਇਆ, ਬੜਾ ਕੁਛ ਕੀਤਾ, ਬੜਾ ਕੁਛ ਹੋਇਆ। ਹਾਂਜੀ। ਹੁਣ ਇਹਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਖਰੜਾ ਸੀਗਾ ਉਹ ਇਹਨਾਂ ਕੋਲ ਜੇ ਵਾਪਸ ਛਿਪਿਆ ਵਾ ਜੀ। ਉਸ ਤੋਂ ਬਾਅਦ ਟਵਾਣਾ ਸੀ ਇੱਕ, ਉਹਨਾਂ ਨੇ 2002 ਦੇ ਵਿੱਚ ਇੱਕ ਇਹ ਵਿਚਾਰਿਆ ਜ਼ਰੂਰ ਲੇਕਿਨ ਅਜੇ ਤੱਕ ਇਹਨੂੰ ਅਪਲਾਈ ਨਹੀਂ ਕੀਤਾ ਗਿਆ। ਜਿਹੜੀ ਕੇਂਦਰ ਸਰਕਾਰ ਉਹ ਕਹਿੰਦੀ ਆ ਤੇਲ ਵੇਖੋ, ਤੇਲ ਦੀ ਧਾਰ ਵੇਖੋ ਜੀ। 2014 ਦੇ ਵਿੱਚ ਮੱਕੜ ਨੇ ਇੱਕ ਬਿਆਨ ਦਿੱਤਾ ਸੀਗਾ, ਉਹਨੇ ਇੰਨੀ ਗੱਲ ਕਹੀ ਸੀ, ਵੇਖੋ ਜੀ ਜੇ ਅਸੀਂ ਗੁਰਦੁਆਰਾ ਆਲ ਇੰਡੀਆ ਗੁਰਦੁਆਰਾ ਐਕਟ ਦੇ ਹੱਕ 'ਚ ਨਹੀਂ ਜੀ ਤੇ ਜੇ ਸਾਨੂੰ ਸਰਕਾਰ ਦੇ ਦੇਵੇ ਅਸੀਂ ਵਿਰੋਧ ਵੀ ਨਹੀਂ ਕਰਾਂਗੇ। ਹੁਣ ਜਿਹੜੀ ਇਸ ਵੇਲੇ RSS ਹੈ ਉਹ ਸਾਡੇ ਜਿਹੜੇ ਸਿਰ ਕੱਢ ਜਿਹੜੇ ਇਹ ਗਿਆਨ ਰੱਖਦੇ ਜਿਹੜੇ ਇਹ ਮਾਹਿਰ ਨੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਅੰਦਰੂਨੀ ਖਾਤੇ 'ਚ। ਉਹ ਲੋਕ ਗੱਲਬਾਤ ਕਰ ਰਹੇ ਆ ਜਿਹੜੇ ਇਸ ਵੇਲੇ RSS ਦੇ ਬੜੇ ਵੱਡੇ ਲੀਡਰ ਨੇ, ਉਹਨਾਂ ਦਾ ਨਾਮ ਮੈਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਇੱਛਾ ਜ਼ਾਹਰ ਕੀਤੀ ਆ ਕਿ ਕਿਉਂ ਨਾ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕੀਤਾ ਜਾਵੇ ਜੀ। ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕੀਤਾ ਜਾਵੇ ਤੇ ਹਰਿਆਣਾ ਕਮੇਟੀ ਖਤਮ, ਦਿੱਲੀ ਸਾਰੀਆਂ ਕਮੇਟੀਆਂ ਖਤਮ ਹੋ ਜਾਣਗੀਆਂ। ਇਹਨਾਂ ਦੇ ਜ਼ੋਨ ਬਣ ਜਾਣਗੇ ਵੀ ਇਹ ਜ਼ੋਨ ਦਾ ਇਹ ਇੰਚਾਰਜ ਹੈ, ਜ਼ੋਨ ਦਾ ਇੰਚਾਰਜ ਹੈ ਦਾ ਉਹ ਕਰੇ। ਲੇਕਿਨ ਉਹਨਾਂ ਦੀ ਮੇਨ ਜਿਹੜੀ ਆ ਉਹ ਹੈਡਕੁਆਟਰ ਦਾ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਹੋਊਗੀ ਜੀ। ਹੁਣ ਇਹਨਾਂ ਨੂੰ ਵਾਰਾ ਖਾਂਦਾ ਵੀ ਨਹੀਂ ਖਾਂਦਾ, ਲੇਕਿਨ ਇਸ ਵੇਲੇ ਜਿਹੜੀ RSS ਆ ਉਹ ਇੱਕ ਨਕਾਤੀ ਪ੍ਰੋਬ ਦੇ ਲੜੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਹਮਦਰਦੀ ਹਾਸਲ ਕਰੇ ਜੀ, ਇਹਨਾਂ ਦਾ ਦਿਲ ਜਿੱਤੋ। ਬਸ ਉਹ ਇਸ ਵੇਲੇ ਸਾਡੇ ਜਿਹੜੇ ਮਾਹਿਰ ਨਾ ਬੁੱਧੀਜੀਵੀ ਦੇ ਲੋਕ ਉਹਨਾਂ ਨਾਲ ਇੱਕ ਇੱਕ ਕਰਕੇ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਉਹਨਾਂ ਦੇ ਵੱਡੇ ਲੀਡਰ ਕਰ ਰਹੇ ਜੀ। ਉਹ ਲੀਡਰ ਕਰ ਰਿਹਾ ਜਿਹਦੇ ਅਮਿਤ ਸ਼ਾਹ ਨੂੰ ਹਫ਼ਤਾ ਵੀ ਦਾ ਟਾਈਮ ਨਾਲੇ ਪੈਂਦਾ ਵੀ ਤੁਹਾਨੂੰ ਮਿਲਣਾ ਦੱਸੋ ਕਦੋਂ ਮਿਲਣਾ ਜੀ। ਉਹ ਲੀਡਰ ਗੱਲਾਂ ਪਤਾ ਕਰ ਰਹੇ ਆ ਵੀ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਕਰੋ ਜੀ। ਦੂਸਰੀ ਜੋ ਸੋਚਦੇ ਐਸੀ ਕਿਸੇ ਚੋਣਾਂ ਦਾ ਮਤਲਬ ਕਿਉਂ ਕੀਤਾ ਉਹਨਾਂ ਨੇ, ਐਸੀ ਚੀਜ਼ੀ ਚੋਣਾਂ ਦਾ ਜ਼ਿਕਰ ਕੀਤਾ ਕਿ ਇਸ ਵੇਲੇ ਮੋਰਚਾ ਪੀਕ ਤੇ ਚੱਲਣ ਡਿਆ। ਜੇ ਐਸੀ ਚੀਜ਼ੀ ਚੋਣਾਂ ਸ਼ੁਰੂ ਹੋਣ ਤੇ ਕਾਫੀ ਲੋਕ ਤੋਂ ਵਾਪਸ ਆ ਕੇ ਐਸੀ ਚੋਣਾਂ ਜ਼ਰੂਰ ਜਾਣਗੇ ਜੀ। ਮਤਲਬ ਉਹਨਾਂ ਹਰ ਪ੍ਰਕਾਰ ਦੇ ਹੱਥ ਕੰਡੇ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਲੇਕਿਨ ਇਹ ਤੁਹਾਨੂੰ ਦੱਸਦਿਆਂ ਉਹਨਾਂ ਇਸ ਮੋਰਚੇ ਤੇ ਸਖਤੀ ਨਹੀਂ ਵਰਤਣੀ। ਲੰਬਾ ਜਾਂ ਜਿੰਨਾ ਮਰਜ਼ੀ ਖਿੱਚ ਲੈਣ। ਉਮੀਦ ਆ ਕਿ ਆ 5 ਸਟੇਟਾਂ ਦੀ ਚੋਣਾਂ ਤੋਂ ਬਾਅਦ ਜਿਹੜੀ ਇੱਕ ਮੀਟਿੰਗ ਕਿਸਾਨਾਂ ਦੀ ਫੇਰ ਹੋਊਗੀ ਉਹਦੇ ਵਿੱਚ ਕੋਈ ਨਾ ਕੋਈ ਸ਼ਾਇਦ ਹੱਲ ਨਿਕਲ ਆਵੇ ਕਿ ਉਹ ਵੀ ਮਹਿਸੂਸ ਕਰਦੇ ਵੀ ਜੇ ਇਹ ਮੋਰਚਾ ਲੰਬਾ ਹੋ ਗਿਆ ਤੇ ਸਾਡੇ ਲਈ 2024 ਮੁਸ਼ਕਲ ਹੋ ਗਈ ਜੀ।
ਅੱਛਾ ਇੱਕ ਚੀਜ਼ ਦੱਸੋ, ਜਿਵੇਂ ਹੁਣ ਆਪਣੇ ਹਾੜੀ ਆ ਗਈ ਹੈ, ਹਾੜੀ ਦੇ ਉੱਤੇ ਕਿਸਾਨ ਕੁਝ ਵਾਪਸ ਪਰਤਣਗੇ, ਕੋਈ ਇਹਦਾ ਕਹਿੰਦੇ ਹੱਲ ਹੈ, ਕੋਈ ਉੱਥੇ ਇਕੱਠ ਦਾ ਕੀ ਬਣ ਰਿਹਾ? ਇਹਨਾਂ ਨੇ ਵੇਖੋ ਮੀਟਿੰਗ ਕੀਤੀ ਹੈ ਜੀ, ਕਿਸੇ ਸਰਕਾਰੀ ਹੈਗੀ ਆਪਣੀਆਂ ਮੁਲਾਜ਼ਮ ਜਥੇਬੰਦੀਆਂ ਜੀ, ਇਹਨਾਂ ਮੀਟਿੰਗ ਕੀਤੀ ਆ ਕਿ ਵੇਖੋ ਉੱਥੋਂ ਕਿਸਾਨ ਜਿਹੜੇ ਉਹ ਵਾਪਸ ਆਉਣਗੇ, ਅਸੀਂ ਉਹਨਾਂ ਕਿਸਾਨਾਂ ਦੀ ਭਰਪਾਈ ਕਰਾਂਗੇ। ਜਿੰਨਾ ਚਿਰ ਕਿਸਾਨ ਆਪਣੀ ਵਾਢੀ ਕਰਨਗੇ ਤੇ ਅਸੀਂ ਜਾ ਕੇ ਉਹ ਕਿਸਾਨਾਂ ਦੇ ਵਿੱਚ ਜਾ ਕੇ ਉੱਥੇ ਇਹਨਾਂ ਦੀ ਭਰਪਾਈ ਕਰਕੇ ਤੇ ਉੱਥੇ ਗਿਣਤੀ ਨਹੀਂ ਘਟਣ ਦੇਵਾਂਗੇ। ਸਗੋਂ ਅਸੀਂ ਆਪਣੇ ਤਰੀਕੇ ਨਾਲ ਮੋਰਚੇ ਨੂੰ ਚਲਾਵਾਂਗੇ ਤੇ ਜਿਹੜੇ ਸੰਯੁਕਤ ਮੋਰਚੇ ਦਾ ਉਹਨਾਂ ਸਾਥ ਵੀ ਦੇਵਾਂਗੇ। ਇਹ ਜਿਹੜੀ ਇੱਕ ਪੰਜਾਬ ਸਮਾਜੀ ਨੇ ਇੱਕ ਉਹ ਪਾਰਟੀ ਹੈ, ਇੱਕ ਹੋਰ ਦੋ ਨੇ ਜਥੇਬੰਦੀਆਂ ਜਿਨ੍ਹਾਂ ਨੇ ਕੀਤਾ ਵੀ ਅਸੀਂ ਜਾ ਕੇ ਉੱਥੇ ਜਾ ਕੇ ਜਿਹੜਾ ਵੀ ਉਹ ਇਹਨਾਂ ਦੀ ਭਰਪਾਈ ਕਰਾਂਗੇ। ਤੇ ਨੈਚੁਰਲੀ ਪਤਾ ਵਾ ਇਹ ਹੈਗੀ ਹੈ ਡੈਮੋਕ੍ਰੇਟ ਮੁਲਾਜ਼ਮ ਫਰੰਟ ਤੇ ਪੰਜਾਬ ਸਮਾਜੀ ਸਰਵਿਸ ਫੈਡਰੇਸ਼ਨ ਦੀ। ਇਹਨਾਂ ਦੋਵਾਂ ਨੇ ਕਿਹਾ ਵੀ ਵਾਢੀਆਂ ਨੂੰ ਲੈ ਕੇ ਉਹਨਾਂ ਦੇ ਜਿਹੜੇ ਕਾਰਕੁਨ ਜਾ ਕੇ ਉੱਥੇ ਮੋਰਚੇ ਲਾਉਣਗੇ, ਉੱਥੇ ਜਾ ਕੇ ਜਿਹੜੀ ਸੀ ਭਰਪਾਈ ਕਰਨਗੇ ਤੇ ਮੋਰਚੇ ਦੇ ਵਿੱਚ ਕਿਸੇ ਕਿਸਮ ਦੀ ਖੜੋਤ ਨਹੀਂ ਆਉਣ ਦੇਣਗੇ। ਜੀ ਜੀ, ਚਲੋ ਚੰਗੀ ਗੱਲ ਹੈ ਜੀ, ਜੇ ਐਂ ਬਣ ਗਿਆ ਸਾਥ ਫਿਰ ਤਾਂ ਆਪਾਂ ਕੁਛ ਨਾ ਕੋਈ ਲੈ ਡਿੱਗਾਂਗੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਤੇ ਕਾਲੀ ਗਰਜ ਸਾਕਾ ਸੀ ਜੀ ਇੱਕ, ਜੀ ਜੀ ਜੀ, ਬਲੈਕ ਥੰਡਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਸੀ, ਮੈਨੂੰ ਲੱਗਦਾ ਹੈ 84 ਤੋਂ ਬਾਅਦ ਉਹ ਸੀਗਾ ਜਿਹੜਾ ਹਰਮੰਦਰ ਸਾਹਿਬ ਤੇ ਅਕਾਲ ਤਖ਼ਤ ਦੇ ਉੱਤੇ ਫਿਰ ਪੁਲਿਸ ਨੇ ਆਪਦੀ ਦਬਸ਼ ਦਿੱਤੀ ਸੀ। 1984 ਤੋਂ ਬਾਅਦ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਜਿਹੜੇ ਦਰਬਾਰ ਸਾਹਿਬ ਦੇ ਬੰਦੇ ਕੁਝ ਬੈਠੇ ਸੀਗੇ ਜੀ, ਉਹਨਾਂ ਫਰੌਤੀਆਂ ਲੈਣੀ ਸ਼ੁਰੂ ਕਰਤੀਆਂ ਸੀ। ਫਰੌਤੀਆਂ ਲੈਣ ਵਾਸਤੇ ਉਹਨਾਂ ਕੋਈ ਵੱਡੇ ਸਿੱਖ ਨਹੀਂ ਬਖਸ਼ੇ। ਕਈ ਲੋਕ ਵਿਚਾਰੇ 10 ਲੱਖ ਦੀ ਫਰੌਤੀ ਮੰਗਦੇ ਸੀ, 50,000 ਲੱਖ ਰੁਪਏ ਦੇ ਕੇ ਮੱਥਾ ਟੇਕ ਕੇ ਬਾਬਾ ਜੀ ਨੂੰ ਉਠਾਉਂਦੇ ਸੀ, ਬਾਬਾ ਜੀ ਲੈ ਲਓ ਸੰਚਾਰ ਨਹੀਂ ਤੇ ਉਹਨਾਂ ਦੇ ਬੰਦੇ ਆ ਜਾਂਦੇ ਪਿਸਤੌਲ ਲੈ ਕੇ, ਬੰਦੂਕਾਂ ਲੈ ਕੇ ਕਹਿੰਦੇ ਹਾਂ ਦੱਸੋ ਜੀ ਕਿੱਥੇ ਤੁਹਾਡਾ ਹਜ਼ੂਰ ਕਲਾਈ ਖੜੇ ਹੋ ਜਾਓ। ਉਦੋਂ ਇੱਕ ਸਾਡੇ ਪੰਜਾਬ ਇੰਡੀਆ ਦੇ ਇੱਕ ਬੜੇ ਵੱਡੇ ਅਫਸਰ ਨੇ ਜੀ, ਬੜੀ ਵੱਡੀ ਪੋਸਟ ਨੇ, ਉਹਨਾਂ ਬਾਰੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਇੱਕ 433 ਕੱਢੀ ਸੀ ਜੀ ਕਿ ਉਸ ਟਾਈਮ ਤੇ ਉਹ ਆਈਬੀ ਦੇ ਵੱਡੇ ਅਧਿਕਾਰੀ ਸੀ ਤੇ ਉਹ ਜਾ ਕੇ ਮੁੰਡਿਆਂ ਦੀ ਅਗਵਾਈ ਕਰਦੇ ਸੀ ਤੇ ਇਹ ਕਹਿੰਦੇ ਸੀ ਕਿ ਮੈਂ ਤੇ ਵੇਖੋ ਜੀ ਜਿਹੜੀ ਇਹ ਤੁਹਾਡੀ ਪਾਕਿਸਤਾਨ ਦੀ ਆਰਮੀ ਦਾ ਕਰਨ ਵਾਲਾ, ਮੈਂ ਤੁਹਾਡੀ ਸਹਾਇਤਾ ਵਾਸਤੇ ਆਇਆ ਜੀ। ਲੇਕਿਨ ਬੇਸਿਕਲੀ ਉਹ ਮੁੰਡੇ ਜਿਹੜੇ ਸੀ ਉਹਨਾਂ ਦੇ ਸੀ ਤੇ ਉਹਨਾਂ ਦੇ ਥਰੂ ਪਾਲਿਸੀ ਉਹ ਲਾਗੂ ਕਰਦੇ ਸੀ, ਤੁਸੀਂ ਆਹ ਕੰਮ ਕਰੋ। ਉਹਦੇ ਵਿੱਚ ਜਦੋਂ ਇਹਨਾਂ ਅੰਦਰ ਕਾਫੀ ਗੰਦ ਪਾਤਾ ਦਰਬਾਰ ਸਾਹਿਬ ਦੇ ਵਿੱਚ ਜੀ, ਕੇਪੀਐਸ ਗਿੱਲ ਡੀਜੀਪੀ ਸੀਗਾ, ਕੇਪੀਐਸ ਗਿੱਲ ਨੇ ਉਦੋਂ ਜਿਹੜਾ ਇਹ ਤੈਅ ਕੀਤਾ ਸੀ, ਮੈਨੂੰ ਪਤਾ ਹੋਏਗਾ ਜੀ, ਜੇ ਸਾਕਾ ਨੀਲਾ ਤਾਰਾ ਹੋਇਆ ਤੇ ਪੂਰੇ ਪੰਜਾਬ ਚੋਂ ਲੋਕਾਂ ਨੇ ਵੀ ਹੀਰਾਂ ਘੱਟ ਲਈਆਂ ਦਰਬਾਰ ਸਾਹਿਬ ਵਾਲੇ ਪਾਸੇ ਜੀ। ਲੋਕ ਕਈ ਮਾਰੇ ਵੀ ਗਏ, ਕੁਝ ਪੁਲਿਸ ਨੇ ਭਜਾਤੇ, ਕੁਝ ਆਰਮੀ ਨੇ ਭਜਾਤੇ, ਕੁਝ ਚਲੇ ਗਏ, ਕੁਝ ਮਾਰੇ ਗਏ, ਇੱਦਾਂ ਬੜੇ ਲੋਕ ਮਾਰੇ ਗਏ ਜੀ। ਲੇਕਿਨ ਜਦੋਂ ਇਹ ਕਾਲੀ ਗਰਜ ਪੇਸ਼ ਹੋਇਆ ਉਦੋਂ ਕੋਈ ਵੀ ਸਿੱਖ ਦਰਬਾਰ ਸਾਹਿਬ ਵਾਲੇ ਪਾਸੇ ਨਹੀਂ ਗਿਆ ਕਿਉਂਕਿ ਉਹਨੇ ਬਦਨਾਮ ਇੰਨਾ ਕਰ ਦਿੱਤਾ ਸੀ। ਮੁੜ ਕੇ ਉਹ 40-42 ਬੰਦੇ ਜਿਹੜੇ ਸੀ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਚ ਵੜ ਕੇ ਪਹਿਲਾਂ ਦਰਬਾਰ ਸਾਹਿਬ ਜਾ ਕੇ ਜਿਹੜੇ ਤੁਹਾਡੇ ਕੜਾਹ ਪ੍ਰਸ਼ਾਦ ਦੇ ਭਾਂਡੇ ਸੀ ਉੱਥੇ ਇਹ ਆਪਣਾ ਜਿਹੜਾ ਸੀ ਗੰਦ ਪਿਲ ਕਰਦੇ ਰਹੇ। ਨਿਰਵੈਰ ਸਿੰਘ ਨਾਮੀ ਇੱਕ ਮੁੰਡਾ ਸੀ ਜਿਹੜਾ ਮੁੜ ਕੇ ਪਾਣੀ ਭਰ ਕੇ ਲੈ ਗਿਆ ਸੀ ਤੇ ਕੇਪੀਐਸ ਗਿੱਲ ਨੇ ਕਿ 24 ਘੰਟੇ ਹੋਰ ਕੱਢ ਜਾਣਗੇ ਜੀ। ਮੁੜ ਕੇ ਬਾਹਾਂ ਖੜੀਆਂ ਕਰਕੇ ਆਏ ਜਿਨ੍ਹਾਂ ਬਾਰੇ ਸਿੱਖਾਂ ਬਾਰੇ ਕਹਿੰਦੇ ਜੀ ਲੋਕਾਂ ਦੀਆਂ ਧੀਆਂ ਭੈਣਾਂ ਛਡਾ ਕੇ ਲਿਆਉਂਦੇ, ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤੇ ਸਾਰੀ ਦੁਨੀਆ ਨੇ ਵੇਖਿਆ ਵੀ ਇਹ ਸਿੱਖ ਨੇ ਜੀ ਕਿ ਬਾਹਾਂ ਖੜੀਆਂ ਕਰਕੇ ਬਾਹਰ ਆਉਣ ਲਿਆ। ਉਸ ਕਾਲੀ ਗਰਜ ਨੂੰ ਲੈ ਕੇ ਪੁਲਿਸ ਦੇ ਵਿੱਚ ਦੋ ਪ੍ਰਕਾਰ ਦੇ ਹਿੱਸੇ ਬਣ ਗਏ ਸੀ। ਇੱਕ ਪੁਲਿਸ ਵਾਲੇ ਚੁੱਪ ਸੀ ਤੇ ਕਹਿੰਦੇ ਸੀ ਸਾਡੇ ਪਰਿਵਾਰ ਨਾਲ ਮਾਰ ਦਿੱਤੇ, ਅਸੀਂ ਛੱਡਣਾ ਜੋ ਮਰਜ਼ੀ ਹੈ। ਸਭ ਤੋਂ ਵੱਧ ਗੋਲੀਆਂ ਉਦੋਂ ਪੁਲਿਸ ਨੇ ਚਲਾਈਆਂ ਸੀ ਦਰਬਾਰ ਸਾਹਿਬ ਵਾਲੇ ਪਾਸੇ, ਭਾਵੇਂ ਦਰਬਾਰ ਸਾਹਿਬ ਨੂੰ ਕੁਛ ਨਹੀਂ ਛੋੜ ਦਿੱਤਾ ਤੇ ਕੇਪੀਐਸ ਗਿੱਲ ਦੀ ਮਜਬੂਰੀ ਬਣ ਗਈ ਸੀ ਅਟੈਕ ਕਰਨ ਦੀ ਇਸ ਗੱਲ ਦੀ। ਹਾਲਾਂਕਿ ਕਈ ਅਫਸਰ ਮੇਰੇ ਖਿਲਾਫ ਸਨ ਵੀ ਤੁਸੀਂ ਕਾਹਲੀ ਨਾ ਕਰੋ ਕਿਉਂਕਿ ਸੈਂਟਰ ਇਹ ਚਾਹੁੰਦਾ ਸੀ ਕਿ ਸਿੱਖਾਂ ਨੂੰ ਇੱਥੋਂ ਇੰਨੇ ਕੁ ਬਦਨਾਮ ਕਰ ਦਿਓ, ਇੰਨੇ ਕੁ ਬਦਨਾਮ ਕਰ ਦਿਓ ਕਿ ਇਹਨਾਂ ਦੀ ਗੱਲ ਹੀ ਮੁੜ ਕੇ ਨਾ ਸੁਣੇਗੀ ਜੀ। ਜਦੋਂ ਕਾਲੀ ਗਰਜ ਆਪਰੇਸ਼ਨ ਹੋਇਆ ਉਸ ਟਾਈਮ ਦੇ ਉੱਤੇ ਮੁੜ ਕੇ ਕੇਂਦਰ ਨੇ ਇਹਨੂੰ ਬੁਲਾਇਆ ਕੇਪੀਐਸ ਗਿੱਲ ਵੀ ਤੂੰ ਕਿਹੜੀ ਇਜਾਜ਼ਤ ਨਾਲ ਕਰਤਾ ਯਾਰ ਜੀ। ਉਹ ਕਹਿੰਦਾ ਜੀ ਮੇਰੇ ਤੇ ਦਬਾਅ ਵਾਲਾ ਸੀ, ਮੇਰੀ ਫੋਰਸ ਬਾਗੀ ਹੋ ਜਾਣੀ ਸੀ ਨਾ ਕਰਦਾ ਮੈਂ ਤੇ ਮੇਰੇ ਤੇ ਸਾਰੇ ਮੁੰਡੇ ਬਾਗੀ ਹੁਣ ਫਿਰਦੇ ਸੀ ਵੀ ਅਸੀਂ ਚੱਲਦੇ ਘਰਾਂ ਨੂੰ, ਇਹ ਤੁਹਾਨੂੰ ਠੁੱਕ ਜਾਣਾ ਅਸੀਂ ਨਹੀਂ ਤੇ ਆਪਰੇਸ਼ਨ ਕੋਲ ਸਾਡੇ ਪਰਿਵਾਰ ਮਾਰਦੇ ਇਹਨਾਂ ਨੇ। ਉਹ ਕਹਿੰਦਾ ਜੀ ਤੂੰ ਗਲਤ ਕੀਤਾ, ਤੈਨੂੰ ਅਸੀਂ ਸਸਪੈਂਡ ਕਰ ਦੇਣਾ ਜੀ। ਉਹ ਕਹਿੰਦਾ ਫਿਰ ਮੈਨੂੰ ਤੁਸੀਂ ਸਸਪੈਂਡ ਕਰੋ ਤੇ ਬਾਹਰ ਜਾ ਕੇ ਪ੍ਰੈਸ ਨੂੰ ਮੈਂ ਕਰਦਾ ਵੀ ਤੁਸੀਂ ਕਿਹੜੀ ਕਰਤੂਤਾਂ ਬੋਲਦੇ ਜੇ।
ਫਿਰ ਉਹਨਾਂ ਨੂੰ ਕਹਿਣਾ ਪੈਂਦਾ ਨਹੀਂ ਗੁਰੂ ਸਾਹਿਬ ਨਹੀਂ ਬਿਹਤਰ ਮਜ਼ਾਕ ਕਰਨੀ, ਤੁਹਾਨੂੰ ਅਸੀਂ ਪ੍ਰਸ਼ੰਸਾ ਪੱਤਰ ਭੇਜਾਂਗੇ। ਮਤਲਬ ਕਾਲੀ ਗਰਜ ਆਪਰੇਸ਼ਨ ਨਹੀਂ ਕਾਲੀ ਜੀ ਕੀਤਾ ਗਿਆ ਸੀ। ਹੁਣ ਕੁਝ ਜਿਹੜੇ ਪੁਲਿਸ ਵਾਲੇ ਨੇ, ਸਾਬਕਾ ਪੁਲਿਸ ਵਾਲੇ ਨੇ, ਉਹ ਸੋਚਦੇ ਆ ਕਿ ਕਿਉਂ ਨਾ ਸੱਚਾਈ ਜਿਹੜੀ ਆ ਸੰਗਤ ਦੇ ਸਮਝ ਲੈਂਦੀ ਜਾਵੇ ਤੇ ਫਿਰ ਵਾਈਟ ਪੇਪਰ ਜਾਰੀ ਕੀਤਾ ਜਾਵੇ। ਇੱਥੇ ਵਿਚਾਰ ਪੱਤਰ ਜ਼ਰੂਰੀ ਆ। ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਚੰਗੇ ਸੱਟੇ ਨਿਕਲਣਗੇ। ਸਗੋਂ ਅਸੀਂ ਕਹਿੰਦੇ ਵੀ ਚੰਗੀ ਗੱਲ, ਸੱਚੀ ਗੱਲ ਬਾਹਰ ਨਿਕਲਣੀ ਚਾਹੀਦੀ ਹੈ। ਜੀ ਜੀ। ਕੋਈ ਦੋਸ਼ ਲਾਇਆ ਗਿਆ ਜੀ, ਆ ਬੀਬੀਆਂ ਮਾਰਤੀਆਂ ਜੀ, 23 ਲਾਸ਼ਾਂ ਕੱਢੀਆਂ ਜੀ, ਵਿੱਚ ਮੁਹੱਲੇ 'ਚੋਂ ਕੱਢੀਆਂ ਜੀ, ਇਹ ਕੀ ਕੀਤਾ ਉਹਨਾਂ ਦੀ ਸੱਚਾਈ ਸਾਹਮਣੇ ਆ ਜਾਊਗੀ। ਉਹਦੇ ਵਿੱਚ ਇੱਕ ਐਸਐਸਪੀ ਸੀ, ਮੈਂ ਅੰਮ੍ਰਿਤਸਰ ਦੀ ਗੱਲ ਉਹ ਨਾਲ ਐਸਐਸਪੀ ਦਾ ਨਹੀਂ ਰਹਿੰਦਾ ਮੈਂ ਜੀ। ਤੁਹਾਨੂੰ ਪਤਾ ਹੋਏਗਾ ਵੀ ਇਹਨਾਂ ਨੇ ਕੁਛ ਜਿਹੜੇ ਖਾੜਕੂ ਅੰਦਰ ਮੁੰਡੇ ਹੈਗੇ ਸੀ, ਉਹਨਾਂ ਦੇ ਪਰਿਵਾਰ ਫੜ ਕੇ ਰਹਿੰਦੇ ਸੀ ਥਾਣੇ ਦੇ ਵਿੱਚ, ਨਾਲੇ ਥਾਣੇ। ਉਹਨਾਂ ਦੀਆਂ ਲੜਕੀਆਂ ਲੈਂਦੀਆਂ, ਔਰਤਾਂ ਲੈਂਦੀਆਂ, ਤੇ ਉਹ ਆਪ ਆਪਣੀ ਗੱਡੀ ਲੈ ਕੇ ਗਿਆ ਤੇ ਬਹਾ ਕੇ ਘਰ ਛੱਡ ਕੇ ਸਰਪੰਚਾਂ ਦੇ ਵੱਡੇ ਕਰਕੇ ਆਪੇ ਆਪਣੀ ਬੀਬੀਆਂ ਲੈ ਲਓ ਜੀ। ਅੱਗੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਇਹੋ ਜਿਹੀ ਆ ਗਈ, ਫਿਰ ਕੀ ਆ? ਫਿਰ ਕੀ ਆ? ਜਿਹੜੇ ਬੰਦੇ ਭਗੌੜੇ ਵੀ ਉਹਨਾਂ ਦੇ ਇੰਨੇ ਘਰ ਦੇ ਖਿਲਾਫ ਸੁਣਗੇ ਕਿਹਦੀ ਨਹੀਂ। ਨਾਲੇ ਉਹ ਡੀਜੀਪੀ ਰਿਹਾ ਸੀ ਜੀ ਬੰਬੇ ਦੇ ਵਿੱਚ ਜੀ। ਬੰਬੇ ਦੀ ਸਾਈਕੀ ਵੱਖਰੀ ਹੈ। ਬੰਬੇ ਦੇ ਵਿੱਚ ਉੱਥੇ ਦੇ ਜਿਹੜੇ ਬਦਮਾਸ਼ ਹੈ ਤੇ ਪੁਲਿਸ ਤੱਕ ਸਮਝੌਤਾ ਹੋਇਆ ਜੀ। ਸਮਝੌਤਾ ਇਹ ਹੋਇਆ ਸੀ ਭਾਈ ਤੁਸੀਂ ਸਾਡੇ ਅੰਦਰ ਸਾਡੇ ਨਾਲ ਲੜਦੇ ਹੋ, ਮੁਕਾਬਲਾ ਤੁਸੀਂ ਮਾਰੋ ਅਸੀਂ ਮਰਦੇ, ਕੋਈ ਗੱਲ ਨਹੀਂ ਜੀ। ਜੇਕਰ ਤੁਸੀਂ ਸਾਡੇ ਪਰਿਵਾਰ ਤੰਗ ਕਰੋਗੇ ਤੁਹਾਡੇ ਬੱਚੇ ਹੀ ਚੁੱਕਾਂਗੇ ਮੁੜ ਕੇ। ਉਹਨਾਂ ਨੇ ਫਿਰ ਕਹਿ ਦਿੱਤਾ ਸੀ ਵੀ ਕਿਸੇ ਵੀ ਬਦਮਾਸ਼ ਦੇ ਪਰਿਵਾਰ ਨੂੰ ਤੰਗ ਨਹੀਂ ਕੀਤਾ ਜਾਊਗਾ, ਸਿਰਫ ਸਿੱਧੀ ਲੜਾਈ ਲੜੀ ਜਾਊਗੀ। ਦਾਊਦ ਦੀ ਭੈਣ ਉੱਥੇ ਜਿਹੜੀ ਸੀ, ਦਾਊਦ ਭਾਵੇਂ ਪਾਕਿਸਤਾਨ ਬੈਠਾ ਸੀ, ਦਾਊਦ ਦੀ ਭੈਣ ਉੱਥੇ ਉਗਰਾਹੀ ਕਰਦੀ ਸੀ ਜੀ। ਬਾਲ ਕੋ ਜਾਣੇ ਵਾਲੇ ਸਾਹਿਬ ਤੁਸੀਂ ਕਾਰਪੋਰੇਸ਼ਨ ਦੀ ਕੋਈ ਸੜਕ ਦਾ ਠੇਕਾ ਲੈ ਲਿਆ। ਠੇਕਾ ਲੈਣ ਤੋਂ ਪਹਿਲਾਂ ਦਾਊਦ ਦੀ ਭੈਣ ਕੋਲ ਜਾਣਾ ਪੈਂਦਾ ਸੀ, ਭੈਣ ਜੀ ਮੈਂ ਠੇਕਾ ਲਿਆ ਤੇ ਆਪਣਾ ਨਜ਼ਰਾਨਾ ਲੈ ਲਓ, ਮੈਨੂੰ ਕੰਮ ਕਰਨ ਦੀ ਆਗਿਆ ਦੇ ਦਿਓ। ਇੱਥੋਂ ਤੱਕ ਕਾਲ ਸੀ, ਉਹਨੂੰ ਮਰਜ਼ੀ ਨਹੀਂ ਹੈਗੀ ਹੁਣ ਉਹ। ਇੱਥੋਂ ਤੱਕ ਉਹ ਡੀਜੀਪੀ ਉੱਥੇ ਰਿਹਾ ਸੀ ਕਿ ਉਹਨੇ ਸੋਚਿਆ ਯਾਰ ਜੇ ਏਦਾਂ ਕੀਤਾ ਲੋਕ ਸਾਡੇ ਖਿਲਾਫ ਹੋ ਜਾਣਗੇ ਜੀ, ਲੋਕ ਸੜਕਾਂ ਤੇ ਆ ਜਾਣਗੇ। ਉਹਨੇ ਫਿਰ ਉਹ ਬੀਬੀਆਂ ਛਡਾਈਆਂ ਸੀ ਜਾ ਕੇ। ਜੇਕਰ ਫਿਰ ਵੀ ਤੁਹਾਨੂੰ ਇੱਕ ਪਤਾ ਹੋਏਗਾ, ਇੱਕ ਢੀਂਸਾ ਡੀਐਸਪੀ ਹੁੰਦਾ ਸੀ। ਹਾਂਜੀ ਹਾਂਜੀ। ਉਹ ਫੜਿਆ ਗਿਆ ਸੀ ਹੋਟਲ ਦੇ ਵਿੱਚੋਂ, ਇਸ ਤਰ੍ਹਾਂ ਬੰਦੇ ਖਾੜਕੂਆਂ ਦੀਆਂ ਭੈਣਾਂ ਲੈ ਕੇ ਤੇ ਗਲਤ ਕੰਮ ਕਰਦਾ ਸੀ, ਫੜਿਆ ਗਿਆ। ਕੁਝ ਬੰਦੇ ਚੰਗੇ ਬੰਦੇ ਪੁਲਿਸ ਨੇ ਜਿੰਨਾ ਫੜਾਤਾ ਜਾ ਕੇ, ਉਹਦੇ ਚੋਂ ਡਿਸਮਿਸ ਹੋਇਆ ਜੀ। ਡਿਸਮਿਸ ਹੋਣ ਤੋਂ ਬਾਅਦ ਨਾ ਉਹਨੂੰ ਹਾਈ ਕੋਰਟ ਨੇ ਨਾ ਸੁਪਰੀਮ ਕੋਰਟ ਨੇ ਰਾਹ ਦਿੱਤੀ ਤੇ ਬਾਦਲ ਸਾਹਿਬ ਨੇ ਉਹਨੂੰ ਘੱਟੋ ਘੱਟ ਮੇਰੇ ਖਿਆਲ 15 ਸਾਲ ਬਾਅਦ ਪਾ ਕੇ ਬਾਹਰ ਕਰਤਾ ਸੀ ਜੀ। ਇਸ ਕਰਕੇ ਉਹਨਾਂ ਕਿਉਂ ਕੀਤਾ ਮੈਨੂੰ ਨਹੀਂ ਪਤਾ। ਲੋਕ ਕਹਿਣਗੇ ਬਾਦਲ ਦੇ ਪਿੱਛੇ ਵੀ ਸੱਚੀ ਗੱਲ ਕਰਦੇ, ਤੁਸੀਂ ਪਤਾ ਕਰ ਲਓ ਜੇ ਗਲਤ ਹੋਵੇ ਕੀ ਗੱਲ ਦੀ। ਇਸ ਕਰਕੇ ਅਸੀਂ ਚਾਹੁੰਦੇ ਮੁੜ ਕੇ ਬਹਾਲ ਹੋ ਗਿਆ ਜੀ। ਪਾਪ ਹੁੰਦਾ ਵਾ। ਜਦੋਂ ਡੀਐਸਪੀ ਬਣਿਆ ਉਹਨੇ ਫਿਰ ਆਉਂਦਿਆਂ ਫਿਰ ਜਿਹੜੀ ਸੀ ਬੜੀ ਮਹਿਰੀ ਲਿਆਤੀ। 3 ਮਹੀਨੇ ਬਾਅਦ ਦੀ ਪ੍ਰਮੋਸ਼ਨ ਹੋ ਗਈ, ਐਸਪੀ ਬਣ ਗਿਆ ਤੇ ਦਿੱਲੀ ਚੰਡੀਗੜ੍ਹ ਪਰਸੀ ਬਣ ਕੇ ਆਉਂਦਾ ਸੀ, ਰੋਪੜ ਲੱਗੇ ਐਕਸੀਡੈਂਟ ਹੋ ਗਿਆ ਤੇ ਉੱਥੇ ਹੀ ਖਤਮ ਹੋ ਗਿਆ। ਇਸ ਕਰਕੇ ਉਹ ਐਸਐਸਪੀ ਨੇ ਉਦੋਂ ਬਚਾਏ ਸੀਗੇ। ਇਹਨਾਂ ਨੇ ਜਿਹੜੀ ਕੋਸ਼ਿਸ਼ ਸੀ ਵੀ ਸਿੱਖਾਂ ਨੂੰ ਇੰਨੇ ਕੁ ਬਦਨਾਮ ਕਰ ਦਿਓ, ਦਰਬਾਰ ਸਾਹਿਬ ਦੇ ਵਿੱਚ ਇੰਨੇ ਕੁ ਲੋਕ ਗੰਦੇ ਭੇਜ ਦਿਓ ਜਿਹੜੇ ਗੰਦ ਪੂਰਾ ਪਾ ਦੇਣ ਜੀ। ਉਹ ਇੱਕ ਪਰਿਵਾਰ ਦੀ ਹੋਰ ਮੈਂ ਗੱਲ ਆਪਾਂ ਕਿਤੇ ਫਿਰ ਕਰਾਂਗੇ, ਲੰਘਾਈ ਨਹੀਂ ਪਈ ਫਿਰ ਕਰਾਂਗੇ। ਅੱਛਾ, ਮੈਨੂੰ ਇੱਕ ਚੀਜ਼ ਦੱਸੋ ਜੀ, ਹੁਣ ਸਰਕਾਰ ਨੇ ਜਿਹੜਾ YouTube ਚੈਨਲ ਤੇ Facebook ਪੇਜ ਤੇ ਜਿਹੜੇ ਚੈਨਲ ਨੇ ਉਹਨਾਂ ਨੂੰ ਸੂਚੀਬੱਧ ਕਰਨ ਦਾ ਮਨ ਬਣਾਇਆ, ਕਿਉਂ ਬਣਾਉਣਾ ਪਿਆ? ਇਹ ਬਣਾਉਣਾ ਇਸ ਕਰਕੇ ਪਿਆ ਵੀ ਜਿਹੜਾ ਬੰਦਾ ਮਰਜ਼ੀ ਉੱਠਦਾ ਤੇ ਉਹ ਕਹਿੰਦਾ ਜੀ ਮੈਂ ਵੇਖੋ ਮੇਰਾ YouTube ਚੈਨਲ ਚੱਲਦਾ ਜੀ, ਮੈਂ ਪੱਤਰਕਾਰ ਜੀ। ਉਹਨਾਂ ਨੇ ਕਿਹਾ ਤੇ ਹੁਣ ਤੁਸੀਂ ਆਪਣੀ ਉਹਨਾਂ ਅੱਜ ਨੋਟੀਫਿਕੇਸ਼ਨ ਕੀਤਾ, ਮੇਰੇ ਕੋਲ ਤੇ ਕਾਪੀ ਨਹੀਂ ਉਹਦੀ ਜੀ। ਕਾਪੀ ਉਹਦੀ ਵਿਚਾਰਾਂਗੇ। ਉਹਨਾਂ ਕਿਹਾ ਵੀ ਜਿਹੜੇ ਵੀ YouTube ਵਾਲੇ ਆਪਣੀ ਅਪਲਾਈ ਕਰਨਗੇ ਉਹਦੇ ਚ ਬਕਾਇਦਾ ਤੇ ਵੈਰੀਫਿਕੇਸ਼ਨ ਕੀਤੀ ਜਾਵੇ ਵੀ ਤੁਸੀਂ ਸਰਕਾਰੀ ਖਬਰਾਂ ਹੁਣ ਤੱਕ ਕਿੰਨੀਆਂ ਲਾਈਆਂ ਜੀ, ਕਿੰਨੀਆਂ ਪੜ੍ਹੀਆਂ, ਕਿੰਨਾ ਤੁਸੀਂ ਸਰਕਾਰ ਦੀ ਹਮਾਇਤ ਕੀਤੀ, ਕੀ ਕਿੰਨੇ ਤੁਸੀਂ ਉਜਾਗਰ ਕੀਤੇ, ਲੋਕਾਂ ਦੇ ਮੁੱਦੇ ਉਜਾਗਰ ਕੀਤੇ, ਕਿਸੇ ਦੂਸ਼ਣਬਾਜ਼ੀ ਕਰਦੇ ਰਹੇ ਤੁਸੀਂ ਵੀ ਐਵੇਂ ਤਵਾ ਹੀ ਲਾਉਂਦੇ ਨੇ। ਬਿਲਕੁਲ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਹ ਨੋਟੀਫਿਕੇਸ਼ਨ ਲੈ ਕੇ ਤੁਸੀਂ ਆਪੋ ਆਪਣੇ ਜਿਹੜੇ ਡੀਪੀਆਰ ਉਹਨਾਂ ਕੋਲ ਅਪਲਾਈ ਕਰ ਦਿਓ ਜੀ। ਉਹਦੇ ਤੇ ਇੱਕ ਕਮੇਟੀ ਬਣੇਗੀ, ਉਹ ਫੈਸਲਾ ਕਰੇਗੀ ਕਿ ਇਹ ਬੰਦਾ ਡਿਜ਼ਰਵ ਕਰਦਾ ਕਿ ਨਹੀਂ ਕਰਦਾ। ਉਹ ਮੇਰੇ ਖਿਆਲ ਸ਼ਾਇਦ ਕਿੰਨੇ ਤੇ ਇੰਨੇ % ਤੁਹਾਡਾ ਰੈਵਨਿਊ ਹੋਣਾ ਚਾਹੀਦਾ, ਇੰਨੇ ਤੁਹਾਡੇ 5 ਲੱਖ ਵਿਊ ਜਿਹੜੇ ਜੀ ਲਾਈਕ ਹੋਣੇ ਚਾਹੀਦੇ ਆ ਉਹਦੇ ਘੱਟੋ ਘੱਟ ਲਾਈਕ ਹੋਣੇ ਚਾਹੀਦੇ। ਪਿਛਲੇ 2 ਸਾਲਾਂ ਤੋਂ ਲਗਾਤਾਰ ਅਪਡੇਟ ਹੁੰਦਾ ਹੋਵੇ। ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਦਫ਼ਤਰ ਹੋਣਾ ਚਾਹੀਦਾ ਤੇ ਨਿਊਜ਼ ਨਾਲ ਹੀ ਰਿਲੇਟਡ ਹੋਵੇ। ਚੰਡੀਗੜ੍ਹ ਪੰਜਾਬ ਜਿਹੜੇ ਸ਼ਾਇਦ ਮਰਜ਼ੀ ਦਫ਼ਤਰ ਹੋਵੇ, ਦਫ਼ਤਰ ਹੋਣਾ ਚਾਹੀਦਾ ਜੀ, ਜਾਂ ਚੰਡੀਗੜ੍ਹ ਜਾਏ। ਬਿਲਕੁਲ ਸੂਚੀਬੱਧ ਹੋਣੀ ਚਾਹੀਦੀ, ਚੰਗੀ ਗੱਲ ਹੋਣਾ ਚਾਹੀਦਾ ਜੀ। ਕਿਉਂ ਜਿਹੜਾ ਆਮ ਤੌਰ ਤੇ ਗੱਲ ਪਿਆ ਨਾ ਜਿਹੜਾ ਮਰਜ਼ੀ ਜਾ ਕੇ ਦੋ ਕੇ ਮਾਰਨਾ ਪੈਂਦਾ ਉਹ ਹਟ ਜੂਗਾ ਜੀ। ਤੇ ਪੱਟੀ ਸਾਹਿਬ ਕੁਛ ਆਪਾਂ ਗੱਲ ਕਰੀਏ, ਕਹਿੰਦੇ ਇੱਕ ਬੀਬੀ ਤਾਂ ਇੱਧਰੋਂ ਪਾਕਿਸਤਾਨ ਹੀ ਲੰਘ ਗਈ ਸੀ ਵਿਆਹ ਕਰਾਉਣ, ਉਹਦੇ ਨਾਲ ਗਈ ਸੀ ਜਥੇ ਦੇ, ਮੁੜ ਵਾਪਸ ਨਾ ਪਰਤੀ। ਕਹਿੰਦੇ ਇੱਕ ਹੁਣ
ਵਿਚਾਰੀ ਡਿੱਗਦੀ ਢਹਿੰਦੀ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਪਹੁੰਚ ਗਈ ਹੈ। ਕੀ ਕਹਾਣੀ ਹੈ ਜੀ ਸਾਰੀ? ਕਹਿੰਦੇ ਇਸ਼ਕ ਨਾ ਪੁੱਛੇ ਜਾਤ ਤੇ ਨਾ ਉਮਰ। ਬਿਲਕੁਲ ਜੀ ਬਿਲਕੁਲ, ਨਾ ਜਾਤ ਨਾ ਵਾਟ। ਨਾ ਜਾਤ ਤੇ ਹੁਣ ਕਹਾਂਗੇ ਨਾ ਜਾਤ ਨਾ ਵਾਟ। ਬਿਲਕੁਲ ਵਾਟ, ਹਾਂਜੀ ਹਾਂਜੀ। ਇਹ ਬੀਬੀ ਉੜੀਸਾ ਦੀ ਰਹਿਣ ਵਾਲੀ ਹੈ ਜੀ। ਜੀ, ਉੜੀਸਾ ਦੀ ਰਹਿਣ ਵਾਲੀ ਚੰਗੇ ਘਰ ਦੀ ਬੀਬੀ ਹੈ। ਇਹ ਪਾਕਿਸਤਾਨ ਦੇ ਕਿਸੇ ਮੁੰਡੇ ਨਾਲ ਫੇਸਬੁੱਕ ਤੇ ਇਹਦੀ ਆਪਸ ਵਿੱਚ ਟਾਈ ਅਪ ਹੋ ਗਿਆ, ਮੁੜ ਕੇ ਇਹਨਾਂ ਕਿਤੇ ਫੋਨ ਨੰਬਰ ਲੈ ਲਿਆ। ਇਹ ਆਪਣੀਆਂ ਪਿਆਰ ਭਰੀਆਂ ਗੱਲਾਂ ਕਰਦੇ। ਇਹਨਾਂ ਦੀ ਦੋਵਾਂ ਦੀ ਗੱਲਬਾਤ ਹੋ ਗਈ ਤੇ ਆਪਾਂ ਕਰਤਾਰਪੁਰ ਲੰਘ ਕੇ ਕਰਤਾਰਪੁਰ ਤੋਂ ਆ ਜਾ ਆਪਾਂ ਇਕੱਠੀ ਹੋਤੀ ਹੋ। ਇਹ ਬੀਬੀ ਆਪਣੇ ਘਰੋਂ ਬਾਈ ਏਅਰ ਆਈ ਆ, ਨਾ ਬਾਈ ਰੋਡ ਆਈ ਹੈ ਤੇ ਨਾ ਬਾਈ ਟ੍ਰੇਨ ਆਈ ਹੈ, ਬਾਈ ਏਅਰ ਆਈ ਹੈ। ਕਿੱਥੋਂ ਆਈ ਹੈ ਜੀ ਇਹ? ਉੜੀਸਾ ਚੋਂ। ਉੜੀਸਾ ਚੋਂ, ਅੱਛਾ। ਉੱਥੋਂ 25 ਕਰੀਬ ਮਤਲਬ 25 ਤੋਲੇ ਸੋਨਾ ਘਰੋਂ ਲੈ ਕੇ ਆਈ ਨਾਲ। ਅੱਛਾ। ਨਾਲ ਪੈਸੇ ਵੀ ਲੈ ਕੇ ਆਏ। ਇਹਨੇ ਆ ਕੇ ਇੱਥੇ ਉਤਰੀ ਨੇ, ਏਅਰਪੋਰਟ ਤੇ ਉਤਰੀ, ਏਅਰਪੋਰਟ ਤੇ ਟੈਕਸੀ ਕੀਤੀ ਤੇ ਏਅਰਪੋਰਟ ਉੱਤੇ ਤੇ ਦਰਬਾਰ ਸਾਹਿਬ ਆ ਗਈ ਜੀ। ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਟੇਕਿਆ, ਰਾਤ ਰਹੀ ਤੇ ਜਿਹੜੇ ਇਹਨੇ ਜਾ ਕੇ ਤੋਂ ਬੱਸ ਫੜੀ ਤੇ ਬੱਸ ਫੜ ਕੇ ਡੇਰੇ ਬਾਬਾ ਨਾਨਕ ਗਈ ਜੀ। ਉੱਥੋਂ ਰਿਕਸ਼ਾ ਕਰਕੇ ਤੇ ਪੁੱਛ ਕੇ ਤੇ ਪਹੁੰਚ ਗਈ ਉੱਥੇ ਆਪਣੇ ਬਾਰਡਰ ਦੇ ਉੱਤੇ। ਉੱਥੋਂ BSF ਨੇ ਕਿਹਾ ਬੀਬੀ ਜੀ ਬਾਰਡਰ ਇਸ ਵੇਲੇ ਬੰਦ ਆ, ਬਾਰਡਰ ਖੁੱਲਾ ਨਹੀਂ, ਤੁਹਾਡੇ ਕੋਲ ਪਾਸਪੋਰਟ ਬਗੈਰ ਤੁਸੀਂ ਜਾ ਸਕਦੇ, ਖੁੱਲੂਗਾ ਪਾਸਪੋਰਟ ਵਿਖਾ ਕੇ ਲਾਂਗੇ, ਤੁਸੀਂ ਸਾਨੂੰ ਕੀ ਤਰ੍ਹਾਂ ਦੇਗਾ, ਸਾਨੂੰ ਕੀ ਤਰ੍ਹਾਂ ਜਾ। ਹਾਂਜੀ। ਉੱਥੋਂ ਫਿਰ CID ਨੇ ਮੁਖਬਰੀ ਕੀਤੀ ਵੀ ਇਦਾਂ ਬੀਬੀ ਇੱਕ ਆਈ ਆ ਤੇ ਬੜੀ ਅਪਗੁੱਡ ਬੀਬੀ ਆ ਤੇ ਅੰਗਰੇਜ਼ੀ ਵੀ ਬੋਲਦੀ ਆ ਤੇ ਹਿੰਦੀ ਵੀ ਬੜੀ ਸੋਹਣੀ ਬੋਲਦੀ ਆ ਤੇ ਪਾਕਿਸਤਾਨ ਜਾਣਾ ਚਾਹੁੰਦੀ ਆ, ਤੂੰ ਏਦਾਂ ਆਈ ਆ, ਤੂੰ ਇਹ ਚੱਕਰ ਤਰੀ। ਉੱਥੇ DSP ਕਵਲਜੀਤ ਸਿੰਘ ਉਹਨਾਂ ਨੇ ਫਿਰ ਬੀਬੀ ਨੂੰ ਜਿਹੜਾ ਸੀ ਉਹ ਟ੍ਰੇਸ ਕੀਤਾ ਜੀ। ਉਹਨਾਂ ਉੱਥੇ ਲੇਡੀ ਪੁਲਿਸ ਭੇਜੀ, ਨਾਲ ਆਪਣੇ ਦੂਜੇ ਬੰਦੇ ਭੇਜੇ ਤੇ ਉਹ ਬੀਬੀ ਜੀ ਨੂੰ ਉੱਥੋਂ ਲੈ ਕੇ ਨਾਲ। ਤਾਂ ਬੀਬੀ ਜੀ ਨੇ ਫਿਰ ਆਪਣੀ ਕਹਾਣੀ ਆਪਣੀ ਸਾਰੀ ਸੁਣਾਈ ਵੀ ਮੈਂ ਕਿੱਥੋਂ ਚੱਲੀ ਆ ਤੇ ਕਿਵੇਂ ਆਈ ਤੇ ਮੈਂ ਕਿਹੜੇ ਪਰਿਵਾਰ ਨੂੰ ਬਿਲੋਂਗ ਕਰਦੀ। ਤੇ ਉਹ ਚੱਲੀ ਪਾਕਿਸਤਾਨ ਸੀਗੀ, ਗਹਿਣੇ ਕੱਟਣਾ ਲੈ ਕੇ ਲਾਹੌਰ ਨੂੰ। ਲਾਹੌਰ ਦੀ ਗੱਲਬਾਤ ਹੋਈ ਸੀਗੀ, ਲੇਕਿਨ ਉੱਥੋਂ ਹੀ ਵਾਪਸ ਮੁੜ ਆਈ। ਭੁਵਨੇਸ਼ਵਰ ਦੀ ਰਹਿਣ ਵਾਲੀ ਸੀ। ਇਹਦੇ ਉੱਤੇ ਕੋਈ ਪਰਚਾ ਪੁਰਚਾ ਤਾਂ ਨਹੀਂ ਦਿੱਤਾ ਕਈ ਵਾਰੀ? ਨਾ, ਕੁਛ ਨਹੀਂ। 25 ਸਾਲ ਦੀ ਉਮਰ ਹੈ ਜੀ ਇਹਦੀ। ਇਹਦੀ ਇੱਕ ਬੇਟੀ ਵੀ ਹੈਗੀ ਹੈ। ਬੇਟੀ ਵੀ ਹੈ? ਵਿਆਹ ਸ਼ੁਦਾ ਬੇਟੀ ਵੀ ਹੈਗੀ ਇੱਕ ਜੀ। ਤੇ ਹੁਣ ਇਹ ਜਿਹੜੀ ਬੀਬੀ ਸੀ ਜਾਣਾ ਚਾਹੁੰਦੀ ਸੀ, ਨਹੀਂ ਗਈ ਤੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨੇ ਕੀਤਾ, ਉਹਦੇ ਪਰਿਵਾਰ ਨੂੰ ਫੋਨ ਕੀਤਾ ਵੀ ਆਪਣੀ ਬੇਟੀ ਲੈ ਜਾਓ। ਸਵਾਲ ਲਓ। ਉਹਨਾਂ ਨੇ ਫਿਰ ਉਹਨੂੰ ਬੇਟੀ ਵੀ ਹਵਾਲੇ ਕਰ ਦਿੱਤੀ ਤੇ ਨਾਲ ਦੇ ਜਿਹੜਾ ਸਮਾਨ ਸਾਰਾ ਵੀ ਹਵਾਲੇ ਕਰ ਦਿੱਤਾ ਜੀ ਜੀ ਜੀ। ਤੇ ਤੁਹਾਨੂੰ ਪਤਾ ਹੈ ਕਿ ਕਿਰਨ ਬਾਲਾ 2018 ਚ ਗਈ ਸੀ। ਕਿਰਨ ਬਾਲਾ ਦੇ ਜੋੜਾ ਦੀ ਜਿਹੜੀ ਫੇਸਬੁੱਕ ਬੈਠੀ ਸੀ ਜੀ। ਹਾਂ ਬਿਲਕੁਲ। ਜਿਹੜਾ ਪਹਿਲਾਂ ਸ਼ਾਦੀशुदा ਬੰਦਾ ਸੀ ਦਾ ਕਹਿੰਦਾ ਮੈਂ ਦੁਬਈ ਚ ਰਹਿੰਦਾ ਵਾ, ਮੁੜ ਕੇ ਪਾਕਿਸਤਾਨ ਗਈ ਤੇ ਬਹੁਤਾ ਕਰੋੜਾਂ ਅਮੀਰ ਨਹੀਂ ਸੀਗਾ ਜਿੰਨਾ ਉਹਨੇ ਸ਼ੋਅ ਕੀਤਾ ਸੀ। ਤੇ ਕਿਰਨ ਬਾਲਾ ਵੀ ਆਪਣੇ 2 ਬੱਚੇ ਛੱਡ ਕੇ ਗਈ ਸੀ ਜੀ। ਉਦੋਂ ਛੋਟੇ ਬੱਚੇ ਸੀ, ਉਹਦਾ ਸਹੁਰਾ ਤਰਸੇਮ ਸਿੰਘ ਜਿਹੜਾ ਅਮਰਤਾਰੀ ਸਿੰਘ। ਅੱਜ ਉਹਦੇ ਬੱਚੇ ਵੀ ਅਮਰਤਾਰੀ ਸਿੰਘ ਆ ਜੀ। ਉਸ ਟਾਈਮ ਤੇ ਬੜਾ ਕਿਹਾ ਗਿਆ ਸੀ, SGPC ਵੀ ਕਹਿੰਦੀ ਸੀ ਸਾਡੀ ਇਹ ਸਮਾਜਿਕ ਸਜਾਵਟ ਜਿੰਨੇ ਵੀ ਬਾਬਾ ਜੀ ਤੁਹਾਡੀ ਅਸੀਂ ਮਦਦ ਕਰਾਂਗੇ। ਉਹ ਕਹਿੰਦਾ ਵੀ ਮੈਂ ਜੇ ਗੁਰਦੁਆਰੇ ਬਾਰੀ ਮੋਟੀ ਨੌਕਰੀ ਕਰਦਾ ਸੀ, ਮੈਨੂੰ ਤਾਂ ਉੱਥੋਂ ਹੀ ਕੱਢ ਦਿੱਤਾ ਗਿਆ, ਮੈਂ ਭੁੱਖਾ ਮਰ ਰਿਹਾ। ਉਹ ਤੇ ਕਿਰਨ ਬਾਬਾ ਜਾ ਕੇ ਜਿਹੜੀ ਸੀ ਆਮਨਾ ਬੀਬੀ ਬਣ ਗਈ ਪਾਕਿਸਤਾਨ ਦੇ ਵਿੱਚ। ਮੁੜ ਕੇ ਉਹਦਾ ਘਰ ਵਾਲਾ ਸਾਊਦੀ ਅਰਬ ਚਲੇ ਗਿਆ, ਉਹ ਸਾਊਦੀ ਅਰਬ ਪਹੁੰਚ ਗਈ। ਉਸ ਤੋਂ ਬਾਅਦ ਹੁਣ ਇਹ ਵਿਚਾਰਾ ਭੁੱਖਾ ਮਰ ਰਿਹਾ ਜੀ, ਕੋਈ ਇਹਦੀ ਕੋਈ ਪੁੱਛ ਪੜਤਾਲ ਨਹੀਂ ਕਰਨ ਡਿਆ। ਅਜੇ ਤੱਕ ਕੋਈ ਜਿਹੜੀ ਕਮੇਟੀ ਬਣੀ ਸੀ ਪੜਤਾਲੀਆ ਕਮੇਟੀ SGPC ਦੀ, ਉਹਨੇ ਆਪਣੀ ਰਿਪੋਰਟ ਸਬਮਿਟ ਨਹੀਂ ਕੀਤੀ ਕਿ ਇਹ ਬੀਬੀ ਨੇ ਕਿਹਦੇ ਥਰੂ ਵੀਜ਼ਾ ਲਵਾਇਆ ਸੀ, ਕਿਹਨੇ ਐਪਲੀਕੇਸ਼ਨ ਰਿਕਮੈਂਡ ਕੀਤੀ ਸੀ, ਕਿਹਦੇ ਕਹਿਣ ਤੇ ਕੀਤੀ ਸੀ। ਤਤਕਾਲੀ ਇੱਕ ਮੈਨੇਜਰ ਨੇ ਕਹਿਤਾ ਸੀ ਕਿ ਮੇਰਾ ਕੋਈ ਕਸੂਰ ਨਹੀਂ, ਮੈਨੂੰ ਤੇ ਫਲਾਣੇ ਬੰਦੇ ਨੇ ਕਿਹਾ ਸੀਗਾ। ਤੇ ਉਹ ਮਾਝੇ ਦੇ ਜਰਨੈਲ ਦਾ ਵੱਡਾ ਜਰਨੈਲ ਹੈ ਸਭ ਤੋਂ ਜੀ, ਸਭ ਤੋਂ ਵੱਡਾ ਲੈਫਟੀਨੈਂਟ ਮਾਝੇ ਦੇ। ਬਿਲਕੁਲ ਮੰਨਦੇ। ਉਹ ਸਾਰਿਆਂ ਨੂੰ ਪਤਾ ਇਸ ਗੱਲ ਦਾ, ਲੇਕਿਨ ਉਹਦੀ ਰਿਪੋਰਟ ਅਜੇ ਤੱਕ ਨਹੀਂ ਆਈ। ਉਹਦੇ ਪਰਿਵਾਰ ਦੀ ਵਿਚਾਰੇ ਦੀ ਹਾਲ ਵੀ ਕਿਸੇ ਨੇ ਪੁੱਛਿਆ। ਪੱਟੀ ਸਾਹਿਬ ਇੱਕ ਫਰੀਦਕੋਟ ਮਾਮਲਾ ਹੋਇਆ ਸੀ, ਉਹ ਬੰਦਿਆਂ ਦਾ ਪਤਾ ਹੀ ਨਹੀਂ ਲੱਗਿਆ, ਇੱਕ ਪਿੰਡ ਚ ਆ ਕੇ ਰਹਿਣ ਲੱਗ ਪਏ, ਉੱਥੇ ਹੀ ਪਾਸਪੋਰਟ ਬਣਾ ਲਿਆ ਤੇ ਲੰਘ ਗਏ ਸਾਰਾ ਟੱਬਰ, ਤੇ ਮੁੜ ਕੇ ਪਤਾ ਹੀ ਨਹੀਂ ਲੱਗਿਆ ਕਿੱਥੋਂ ਦੇ ਸੀ, ਕੌਣ ਸੀ। ਜੀ 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 ਜੀ। ਅੱਛਾ ਜਾਂਦੇ ਜਾਂਦੇ ਉਹ ਦੱਸੋ ਜੀ, ਫਿਰ ਯੂਪੀ ਦੀ ਕਹਾਣੀ ਦੱਸ ਦਿਓ। ਕਹਿੰਦੇ ਉੱਥੇ ਭਾਜਪਾ ਦੀ ਮਹਿਲਾ ਨੇਤਾ ਨੇ ਅਸਤੀਫਾ ਦੇ ਦਿੱਤਾ ਕਿਸਾਨਾਂ ਦੇ ਹੱਕ ਚ। ਬਿਲਕੁਲ ਜੀ। ਵੇਖੋ ਬੇਸਿਕਲੀ ਉੱਥੇ ਚੱਲਦੀਆਂ ਚੋਣਾਂ ਚੱਲਦੀਆਂ ਤੇ ਉਹ ਬੀਬੀ ਕਹਿੰਦੀ ਸੀ ਵੀ ਆਹ ਬੰਦੇ ਗਲਤ ਆ, ਇਹ ਗੰਦੇ ਬੰਦੇ ਬਦਮਾਸ਼ ਨੇ, ਇਹਨਾਂ ਨੂੰ ਟਿਕਟਾਂ ਤੁਸੀਂ ਨਾ ਦਿਓ, ਇਹਨਾਂ ਨੂੰ ਨਾ ਲੜਨ ਦਿਓ ਇਲੈਕਸ਼ਨ। ਕੋਈ ਚਾਹੀਦੇ ਬੰਦੇ ਇਲੈਕਸ਼ਨ ਤੁਸੀਂ ਲੜਾਓ ਜੀ। ਉਹ ਉੱਥੋਂ ਦੀ ਪਾਰਟੀ ਜਿਹੜਾ ਪ੍ਰਧਾਨ ਸੀਗਾ ਉੱਥੋਂ ਦਾ ਸਤਰ ਦੇਵ ਭਾਜਪਾ ਪ੍ਰਧਾਨ ਸੀ, ਉਹਨੇ ਕਿਹਾ ਨਹੀਂ ਜੋ ਕਰੇ ਠੀਕ ਕਰ ਰਹੇ ਸੀ ਜੀ।
ਉਹਨੇ ਕਿਹਾ ਜੇ ਤੁਸੀਂ ਠੀਕ ਕਰ ਰਹੇ ਹੋ ਤੇ ਫਿਰ ਤੁਹਾਡੀ ਪਾਰਟੀ ਜਿਹਦੇ ਸੀ ਤੁਹਾਨੂੰ ਨਹੀਂ ਪਤਾ ਜੀ ਕਿਸਾਨ ਯੂਨੀਅਨ ਤੁਸੀਂ ਬੈਠੇ ਹੋ ਤੁਸੀਂ ਕਿਸਾਨਾਂ ਦੀ ਬਾਤ ਪੁੱਛੀ ਜਾ ਕੇ ਤੁਸੀਂ ਅੱਗੋਂ ਮਜ਼ਾਕ ਕਰਦੇ ਹੋ ਉਹਨਾਂ ਨੂੰ ਕਿਸਾਨਾਂ ਨੂੰ ਜੀ। ਇਹ ਉੱਥੇ ਮਹਿਲਾ ਜਿਹੜਾ ਕਮਿਸ਼ਨ ਆ ਉਹਦੀ ਮੈਂਬਰ ਵੀ ਹੈਗੀ ਆ ਜੀ। ਫਰੀਦਾ ਤੋਮਰ ਦਾ ਨਾਮ ਬੀਬੀ ਨੇ ਬੀਬੀ ਨੇ ਕਿਸਾਨਾਂ ਦੇ ਕਰਕੇ ਤੇ ਪਾਰਟੀ 'ਚ ਡਿਸਪਲਿਨ ਨਾ ਹੋ ਕਰਕੇ ਉਹਨੇ ਫਿਰ ਬੜੇ ਇਲਜ਼ਾਮ ਲਾਇਆ ਕਿ ਇੱਥੇ ਲੜਕੀਆਂ ਨਾਲ ਬਲਾਤਕਾਰ ਵੀ ਹੁੰਦੇ ਆ। ਬੱਲੇ। ਉਹ ਬਾਹਰ ਵੀ ਨਹੀਂ ਹੋਣ ਦਿੱਤੇ ਜਾਂਦੇ, ਅੰਦਰ ਹੀ ਦਬਾ ਦਿੱਤੇ ਜਾਂਦੇ ਆ। ਬਹੁਤ ਘੱਟ ਕੇਸ ਬਾਹਰ ਆਉਂਦੇ ਆ। ਉਹ ਕੁੜੀਆਂ ਬਲਾਤਕਾਰ ਕਰਕੇ ਮਾਰੀਆਂ ਵੀ ਜਾਈਆਂ ਜਾ ਰਹੀਆਂ, ਪਰਚੇ ਵੀ ਦਰਜ ਨਹੀਂ ਹੁੰਦੇ। ਇਸ ਕਰਕੇ ਉਹ ਜੀ ਪਾਰਟੀ ਰਹਿਣ ਦਾ ਕੀ ਫਾਇਦਾ। ਉਹਨੇ ਕਿਹਾ ਆਹ ਲਓ ਮੇਰਾ ਅਸਤੀਫਾ ਤੇ ਮੇਰੀ ਆ ਮੈਂਬਰੀ ਤੋਂ ਅਸਤੀਫਾ ਲੈ ਲਓ ਤੇ ਭਾਜਪਾ ਤੋਂ ਅਸਤੀਫਾ ਲਾ ਲਓ। ਮੈਂ ਆਪਣੇ ਘਰ ਨੂੰ ਚੱਲੀ ਆ, ਮੈਂ ਉਹਦੀ ਪਾਰਟੀ ਨਹੀਂ ਰਹਿ ਸਕਦੀ ਜੀ ਤੇ ਮੈਂ ਜਾ ਕੇ ਕਿਸਾਨਾਂ ਨਾਲ ਬੈਠੂਗੀ ਜਾ ਕੇ ਤਾਰੀ ਗਾਜੀਪੁਰ ਬਾਰਡਰ ਦੇ ਉੱਤੇ। ਚਲੋ ਤੇ ਮਿਹਰਬਾਨੀ ਪੱਟੀ ਸਾਹਿਬ, ਸ਼ੁਕਰੀਆ ਤੁਹਾਡਾ, ਸ਼ੁਕਰੀਆ। ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੁਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਮੇਰਾ 9780141741